ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਵਾਹਿਗੁਰੂ 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 ਸਾਹਿਬ ਜੀ। ਜਬ ਲਉ ਨਹੀਂ ਭਾਗ ਲਲਾਰ ਉਦੈ, ਤਬ ਲਉ ਭਰਮਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮਹਿਬੂਡ ਤਿਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਦ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਸ਼ੰਤ ਮਹੱਲਾ ਚੌਥਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਜੀਉ ਕਿਰਪਾ ਕਰੇ, ਤਾ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ। ਹਰ ਜੀਉ ਕਿਰਪਾ ਕਰੇ, ਤਾ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ। ਗੁਣ ਗਾਏ ਵਿਗਸੈ ਸਦਾ ਆਨ ਦਿਨ, ਜਾ ਆਪ ਸਾਚੇ ਭਾਵਏ। ਅਹੰਕਾਰ ਹੋਮੈ ਤਜੈ ਮਾਇਆ, ਸਹਿਜ ਨਾਮ ਸਮਾਵਏ। ਆਪ ਕਰਤਾ ਕਰੇ ਸੋਈ, ਆਪ ਦੇਤਾ ਪਾਈਐ। ਹਰ ਜੀਉ ਕਿਰਪਾ ਕਰੇ, ਤਾ ਨਾਮ ਧਿਆਈਐ ਜੀਉ। ਆਪ ਕਰਤਾ ਕਰੇ ਸੋਈ, ਆਪ ਦੇਤਾ ਪਾਈਐ। ਹਰ ਜੀਉ ਕਿਰਪਾ ਕਰੇ, ਤਾ ਨਾਮ ਧਿਆਈਐ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੀ, ਗਰੀਬ ਨਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਸਤਿਗੁਰੂ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਨਗੀ ਗੋਦ ਅੰਦਰ ਸੁਭਾਈਮਾਨ ਗੁਰੂ ਕੀ ਸਾਜੀ ਨਵਾਜੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ,
ਵਡਭਾਗੇ ਹਾਂ ਜਿਨ੍ਹਾਂ ਨੂੰ ਸਤਸੰਗਤ ਦੀਆਂ ਮਨੋਹਰ ਘੜੀਆਂ ਪ੍ਰਾਪਤ ਹੋਈਆਂ ਹਨ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰ ਘਰ ਤੋਂ ਜੋ ਹੁਕਮਨਾਮਾ ਸਾਹਿਬ ਜੀ ਦੀ ਦਾਤ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਬਖਸ਼ਿਸ਼ ਕੀਤੀ ਹੈ ਤੇ ਇਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੋ ਅੱਜ ਦੇ ਦਿਹਾੜੇ ਪਾਵਨ ਉਪਦੇਸ਼ ਬਖਸ਼ ਰਹੇ ਹਨ। ਮੇਰੇ ਗੁਰਦੇਵ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਵਾਲੇ ਨਿਮਾਣਿਆਂ ਕੇ ਮਾਨ ਨਤਾਣਿਆਂ ਕੇ ਤਾਣ ਸਤਿਗੁਰੂ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਦੀ ਯਾਤਰਾ ਵਾਸਤੇ ਗਏ ਹਨ। ਜਿਸ ਸਮੇਂ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਜਾ ਕਰਕੇ ਸੁਭਾਏਮਾਨ ਹੋਏ, ਜਿੰਨੀਆਂ ਗੋਇੰਦਵਾਲ ਸਾਹਿਬ ਜੀ ਦੇ ਇਲਾਕੇ ਦੀਆਂ ਸਿੱਖ ਸੰਗਤਾਂ ਸਾਰੀਆਂ ਨੇ ਗੁਰੂ ਕੇ ਚਰਨਾਂ ਤੇ ਆਣ ਕਰਕੇ ਨਮਸਕਾਰ ਕੀਤੀ, ਬੇਨਤੀ ਕੀਤੀ। ਕਿਰਪਾਲੂ ਜੀ ਆਪ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ। ਆਪ ਦਇਆ ਦੇ ਘਰ ਵਿੱਚ ਆਣ ਕਰਕੇ ਸਾਨੂੰ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹੋ। ਆਪ ਕਿਰਪਾ ਕਰੋ, ਰਹਿਮਤ ਕਰਕੇ ਇਹ ਬਖਸ਼ਿਸ਼ ਸਾਡੇ ਤੇ ਕਰੋ ਕਿ ਪਹਿਲਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਦੇ ਸਨ। ਤੁਸੀਂ ਦਇਆ ਕਰੋ, ਇਹ ਰਹਿਮਤ ਕਰੋ ਕਿਸ ਤਰੀਕੇ ਦੇ ਨਾਲ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਿਆਇਆ ਜਾਵੇ। ਜਦੋਂ ਇਹ ਬੇਨਤੀਆਂ ਸਿੱਖ ਸੰਗਤਾਂ ਨੇ ਕੀਤੀਆਂ ਤਾਂ ਇਹ ਜੋ ਸੰਤ ਧਨਾਸਰੀ ਰਾਗ ਦੇ ਹਨ, ਇਹ ਸਤਿਗੁਰੂ ਸਾਹਿਬ ਜੀ ਨੇ ਉਸ ਸਥਾਨ ਤੇ ਇਹ ਜੋ ਪਾਵਨ ਸ਼ਬਦ ਹੈ ਇਹ ਉਚਾਰਨਾ ਕੀਤਾ ਹੈ। ਸੰਤ ਨਾਮ ਜਸਦਾ ਹੁੰਦਾ ਹੈ। ਇਹ ਪਾਵਨ ਗੁਰੂ ਪਰਮੇਸ਼ਰ ਵਾਹਿਗੁਰੂ ਦੀ ਸੋਭਾ ਵਾਲਾ ਸ਼ਬਦ ਆਪ ਉਚਾਰਨ ਕਰ ਰਹੇ ਹਨ, ਜੋ ਅੱਜ ਦੇ ਦਿਹਾੜੇ ਹੁਕਮਨਾਮੇ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਸ਼ੰਤ ਮਹੱਲਾ ਚੌਥਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ। ਧਨਾਸਰੀ ਰਾਗ ਹੈ। ਸੰਤ ਜੋ ਜਸ ਵਾਲਾ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਦੇ ਜਸ ਨੂੰ ਇੱਥੇ ਵਰਣਨ ਕਰ ਰਹੇ ਹਨ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਪਹਿਲੇ ਘਰ ਸੁਰਤਾਲ ਦੇ ਵਿੱਚ ਸੋ ਪਾਵਨ ਗੁਰਬਾਣੀ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਰੂਪ ਵਿੱਚ ਬਾਣੀ ਉਚਾਰਨਾ ਕੀਤੀ ਹੈ। ਇੱਕ ਉਹ ਅਦਵੈਤ ਬ੍ਰਹਮ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਮਾਨ, ਸਾਰਿਆਂ ਦਾ ਪ੍ਰਕਾਸ਼ਕ ਹੈ। ਉਹਦੀ ਪ੍ਰਾਪਤੀ ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੋ ਸਕਦੀ ਹੈ। ਜੇ ਸਤਿਗੁਰ ਸੱਚੇ ਸਤਿਗੁਰ ਕਿਰਪਾ ਕਰਨ, ਪ੍ਰਸਾਦ ਅਰਥ ਹੈ ਕਿਰਪਾ ਦਾ, ਜੇ ਕਿਰਪਾ ਹੋ ਜਾਵੇ ਤਾਂ ਜੋ ਉਹ ਅਕਾਲ ਪੁਰਖ ਵਾਹਿਗੁਰੂ ਹੈ ਤਿਸ ਦੀ ਪ੍ਰਾਪਤੀ ਹੋ ਸਕਦੀ ਹੈ। ਸਵਾਲ ਕੀ ਸੀ? ਮਹਾਰਾਜ ਜੀ ਕਿਰਪਾ ਕਰੋ। ਬੇਨਤੀ ਕੀ ਸੀ? ਦਇਆ ਕਰੋ। ਪਰਮੇਸ਼ਰ ਵਾਹਿਗੁਰੂ ਦਾ ਨਾਮ ਕਿਸ ਤਰੀਕੇ ਨਾਲ ਧਿਆਵਣਾ ਕਰੀਏ? ਤਾਂ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਜੇ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਆਪ ਰਹਿਮਾਨ ਹੋ ਜਾਵੇ, ਜੇ ਆਪ ਦਇਆਵਾਨ ਹੋ ਜਾਵੇ ਤਾਂ ਜਾ ਕਰਕੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਿਆਇਆ ਜਾ ਸਕਦਾ ਹੈ। ਵਰਨਾ ਕੋਈ ਸਾਧਨ ਨਹੀਂ, ਕੋਈ ਇਹੋ ਜਿਹਾ ਢੰਗ ਨਹੀਂ ਹੈ ਜਿਸ ਢੰਗ ਦੇ ਦੁਆਰਾ ਪਰਮੇਸ਼ਰ ਵਾਹਿਗੁਰੂ ਨੂੰ ਧਿਆਇਆ ਜਾ ਸਕੇ। ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਸਤ ਸੰਗਤ ਸਾਧ ਪਾਈ ਵਡਭਾਗੀ, ਮਨ ਚਲਤੋ ਭਇਓ ਅਰੂੜਾ। ਜਦੋਂ ਬੜੇ ਵੱਡੇ ਭਾਗ ਹੋਏ ਉਦੋਂ ਸਤ ਸੰਗਤ ਦੀ ਪ੍ਰਾਪਤੀ ਹੋਈ ਤੇ ਜਿਹੜਾ ਮਨ ਧਾਉਂਦਾ ਫਿਰਦਾ ਸੀ ਉਹ ਫਿਰ ਟਿਕ ਕਰਕੇ ਘਰ ਵਿੱਚ ਬੈਠ ਗਿਆ। ਪਰ ਹੋਇਆ ਕਦੋਂ? ਜਦੋਂ ਕਿਰਪਾ ਦਾ ਮੀਂਹ ਸਤਿਗੁਰੂ ਸਾਹਿਬ ਜੀ ਨੇ ਵਰਸਾ ਦਿੱਤਾ। ਬਖਸ਼ਿਸ਼ ਇਹ ਅਕਾਲ ਪੁਰਖ ਵਾਹਿਗੁਰੂ ਦੀ ਹੈ। ਮਹਾਰਾਜ ਜੀ ਨੇ ਕਿੱਡੀਆਂ ਵੱਡੀਆਂ ਬਖਸ਼ਾਂ ਸਾਡੇ ਸੰਸਾਰੀ ਜੀਵਾਂ ਤੇ ਕੀਤੀਆਂ ਹਨ। ਸਾਧ ਸੰਗਤ ਜੀ, ਮਨੁੱਖਾ ਦੇ ਹੀ ਪ੍ਰਾਪਤ ਹੋਣੀ ਹੀ ਬੜੀ ਵੱਡੀ ਮਹਾਨ ਬਖਸ਼ਿਸ਼ ਤੇ ਮਨੁੱਖਾ ਦੇ ਹੀ ਪ੍ਰਾਪਤ ਕਰਕੇ ਸੰਸਾਰ ਦੇ ਉੱਤੇ ਅਨੇਕਾਂ ਹੀ
ਥਾਵਾਂ ਦੇ ਉੱਤੇ ਵੱਖੋ ਵੱਖਰੇ ਡੇਰਾ ਧਾਰੀ ਲੋਕ ਡੇਰੇ ਖੋਲ ਕਰਕੇ ਬੈਠੇ ਨੇ, ਸਾਡੇ ਪਾਸੋਂ ਆਣ ਕਰਕੇ ਨਾਮ ਲਵੋ। ਮਨੁੱਖਾਂ ਨੂੰ ਭਰਮਾਇਆ ਜਾਂਦਾ ਹੈ। ਤੇ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੀਏ, ਮਹਾਰਾਜ ਜੇ ਕੋਈ ਭਲਾ ਐਵੇਂ ਕਿਸੇ ਪਾਸੋਂ ਜਾ ਕੇ ਗੁਰਮੰਤਰ ਦਾ ਧਾਰਨੀ ਹੋ ਜਾਵੇ, ਮੁਕਤੀ ਹੋ ਜਾਵੇਗੀ। ਤੇ ਮਹਾਰਾਜ ਕਹਿੰਦੇ ਮਨਮੁਖ ਹਰ ਹਰ ਕਰ ਥਕੇ। ਮਨਮੁਖਾਂ ਨੇ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਲੈ ਲੈ ਕਰਕੇ ਮਨਮੁਖਤਾਈ ਕਰਨ ਵਾਲੇ ਰੱਬ ਰੱਬ ਕਹਿੰਦੇ ਥੱਕ ਚੁੱਕੇ ਨੇ, ਪਰ ਗਤ ਮੁਕਤੀ ਦੀ ਪ੍ਰਾਪਤੀ ਨੇ। ਇਸੇ ਤਰੀਕੇ ਦੇ ਨਾਲ ਭਾਈ ਜਿਹੜੇ ਮੰਗਣ ਵਾਲੇ ਨੇ ਉਹ ਵੀ ਰੱਬ ਦਾ ਨਾਮ ਲਈ ਜਾਂਦੇ ਨੇ, ਮੰਗਤੇ ਬਣ ਕੇ ਨਾਂ ਰੱਬ ਦਾ ਲੈਂਦੇ ਨੇ, ਮੁਖ ਤੋਂ ਰਾਮ ਕਹਿੰਦੇ ਨੇ ਤੇ ਹੱਥ ਮਨੁੱਖਾਂ ਦੇ ਅੱਗੇ ਅੱਡ ਕੇ ਤੁਰੇ ਫਿਰਦੇ। ਨਾਮ ਤਾਂ ਜਪ ਰਹੇ ਨੇ ਪਰ ਆਸ ਮਨੁੱਖ ਤੇ ਲਾਈ ਹੋਈ ਹੈ। ਮਨੁੱਖਾਂ ਦੀ ਆਸ ਕਰਕੇ ਜਪਿਆ ਹੋਇਆ ਨਾਮ ਵੀ ਨਿਫਲ ਚਲਾ ਗਿਆ। ਨਾਮ ਧਿਆਉਣ ਦਾ ਅਰਥ ਜੇ ਵਾਹਿਗੁਰੂ ਕਿਰਪਾ ਕਰੇ, ਅਕਾਲ ਪੁਰਖ ਵਾਹਿਗੁਰੂ ਜੀ ਰਹਿਮਤ ਕਰ ਦੇਣ, ਪੂਰੇ ਸਤਿਗੁਰੂ ਮਿਲ ਜਾਣ। ਜਿਵੇਂ ਕਿ ਜੇ ਅਧੂਰਾ ਮਿਲ ਜਾਵੇ ਨਾਮ, ਤੇ ਉਹਨੇ ਵੀ ਕੋਈ ਨਾ ਕੋਈ ਜਪਣ ਲਈ ਦਿੱਤਾ, ਕੋਈ ਨਾ ਕੋਈ ਢੰਗ ਤੇ ਉਹਨੇ ਵੀ ਦੱਸਿਆ, ਕੁਝ ਨਾ ਕੁਝ ਉਹਨੇ ਵੀ ਪਰਮੇਸ਼ਰ ਦੀ ਉਸਤਤੀ ਬਾਰੇ ਦੱਸਿਆ, ਪਰ ਆਪ ਤੇ ਡੁੱਬਾ ਨਾਲ ਚੇਲੇ ਵੀ ਲੈ ਕਰਕੇ ਤੁਰ ਗਿਆ। ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਕਥਾ ਆਪਾਂ ਪੜ੍ਹਦੇ ਤੇ ਸੁਣਦੇ ਹਾਂ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਸੁਭਾਏਮਾਨ ਹਨ ਸਿੱਖ ਸੰਗਤਾਂ ਵਿੱਚ। ਇੱਕ ਸਭ ਬੜਾ ਵੱਡੀ ਅਸਰਾਲ ਸਤਿਗੁਰੂ ਸਾਹਿਬ ਜੀ ਦੀਆਂ ਜਿੱਥੇ ਸੰਗਤਾਂ ਸੁਭਾਏਮਾਨ ਹਨ, ਉਸ ਪਾਸੇ ਨੂੰ ਚੱਲ ਕਰਕੇ ਆਏ। ਮੇਰੇ ਗੁਰਦੇਵ ਜੀ ਦੇ ਪਾਸ ਸਾਹਮਣੇ ਆਣ ਕਰਕੇ ਖਲੋਤੇ। ਮਹਾਰਾਜ ਜੀ ਨੇ ਆਪਣੇ ਪੈਰ ਦਾ ਅੰਗੂਠਾ ਸਿਰ ਤੇ ਲਾਇਆ ਤੇ ਤਤਛਣ ਪਿੱਛੇ ਜਾ ਕਰਕੇ ਤੇ ਚੜ੍ਹਾਈ ਕਰ ਗਿਆ, ਮਰ ਗਿਆ ਸਭ। ਸੰਗਤਾਂ ਬੜੀਆਂ ਖੌਫਸਦਾ ਸਨ। ਪੁੱਛਿਆ, ਗੁਰਦੇਵ ਇਹ ਕੀ ਕੌਤਕ ਆਪ ਜੀ ਨੇ ਵਰਤਾਇਆ? ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਇਹਦੇ ਪਾਸੋਂ ਹੀ ਪਛਾ ਦਿੰਦੇ। ਕਹਿੰਦੇ ਉਹਦੇ ਅੰਦਰੋਂ ਇੱਕ ਜੋਤ ਪ੍ਰਗਟ ਹੋਈ ਆ, ਉਸਨੇ ਬਚਨ ਸੁਣਾਏ। ਕਹਿਣ ਲੱਗੇ ਮੈਂ ਗੁਰੂ ਸਾਂ, ਬ੍ਰਾਹਮਣ ਸੰਸਾਰ ਦਾ ਇਹ ਚੇਲਾ ਸੋ ਬੜਾ ਵੱਡਾ ਗੁਰੂ ਬਣ ਕਰਕੇ ਵਿਚਰਦਾ ਸਾਂ, ਮੇਰੇ ਪਾਸੋਂ ਆਣ ਕਰਕੇ ਉਪਦੇਸ਼ ਪ੍ਰਾਪਤ ਕਰੋ। ਤੇ ਉਹਦਾ ਸਰੀਰ ਕਹਿੰਦੇ ਫਟਿਆ ਹੋਇਆ ਸੀ, ਉਹ ਚ ਕਰਮ ਪਏ ਸਨ। ਕਹਿਣ ਲੱਗੇ ਇਹ ਕਰਮ ਕੌਣ ਨੇ? ਕਹਿੰਦੇ ਸਾਰੇ ਮੇਰੇ ਚੇਲੇ ਸਨ। ਇਹਨਾਂ ਨੂੰ ਮੈਂ ਬੜਾ ਲੁੱਟਿਆ, ਬੜਾ ਖਾਧਾ, ਪਰ ਜਦੋਂ ਮੈਂ ਆਪ ਹੀ ਮਨਮੁਖਤਾਈ ਨੂੰ ਧਾਰਨ ਕਰਕੇ ਸੰਸਾਰ ਤੋਂ ਚਲਾ ਗਿਆ, ਪਰਮੇਸ਼ਰ ਦੀ ਪੂਜਾ ਨਹੀਂ ਇਹਨਾਂ ਪਾਸੋਂ ਕਰਾਈ, ਮੈਂ ਆਪਣੇ ਨਾਲ ਹੀ ਇਹਨਾਂ ਨੂੰ ਜੋੜੀ ਗਿਆ। ਤੇ ਔੜ ਕੇ ਜਿਸ ਸਮੇਂ ਚੜ੍ਹਾਈ ਕਰ ਗਿਆ, ਨਾ ਮੇਰੀ ਗਤੀ ਹੋਈ ਨਾ ਇਹਨਾਂ ਦੀ ਗਤੀ। ਜਿਹੜਾ ਇਹਨਾਂ ਦਾ ਖਾਧਾ ਹੋਇਆ ਸੀ, ਇਹ ਰੋਜ਼ ਮੇਰਾ ਮਾਸ ਭੋਰਾ ਭੋਰਾ ਕਰਕੇ ਮੇਰੇ ਸਰੀਰ 'ਚ ਕਰਮ ਪਏ ਹੋਏ ਸਨ, ਖਾ ਰਹੇ। ਹੁਣ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਮੇਰਾ ਵੀ ਉਧਾਰ ਹੋ ਜਾਵੇਗਾ ਤੇ ਇਹਨਾਂ ਦਾ ਵੀ। ਤਾਂ ਹੀ ਸਤਿਗੁਰੂ ਸਾਹਿਬ ਜੀ ਦੀ ਪੂਰੀ ਗੁਰਬਾਣੀ ਇੱਕ ਓੰਕਾਰ ਤੋਂ ਲੈ ਕਰਕੇ 18, 10, 20 ਤੱਕ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਉਹ ਜੋ ਨਿਰਾਕਾਰ ਅਕਾਲ ਪੁਰਖ ਵਾਹਿਗੁਰੂ ਹੈ, ਗੁਰਸਿੱਖ ਨੂੰ ਕਿਹਾ, ਗੁਰੂ ਕਿਹਾ ਸਿੱਖਾ ਅਸੀਂ ਤੈਨੂੰ ਉਸ ਨਾਲ ਜੋੜਨ ਵਾਸਤੇ ਆਏ ਹਾਂ। 10 ਸਰੂਪ ਧਾਰਨ ਕੀਤੇ ਤੇ ਫਿਰ ਬਖਸ਼ਿਸ਼ ਕੀਤੀ। ਮਹਾਰਾਜ ਕਿੰਨਾ ਜੋੜਨਾ ਚਾਹੁੰਦੇ? ਗੁਰਦੇਵ ਕਹਿੰਦੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਉਰਾਣ। ਸ਼ਬਦ ਸਤਿਗੁਰੂ ਸਾਹਿਬ ਜੀ ਨਾਲ ਜੋੜ ਰਹੇ ਹਾਂ, ਜੋ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਸ਼ਬਦ ਹੈ। ਕਿਹੜਾ ਜੀ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ। ਅੱਜ ਤੋਂ ਬਾਅਦ ਦੰਬੀਆਂ ਪਖੰਡੀਆਂ ਦੇ ਲੜ ਨਹੀਂ ਲਾਵਾਂਗੇ। ਹਾਂ, ਆਓ ਤੁਹਾਨੂੰ ਕੀ ਬਣਾ ਰਹੇ ਹਾਂ? ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ। ਤੁਸੀਂ ਅਕਾਲ ਪੁਰਖ ਵਾਹਿਗੁਰੂ ਦੀ ਜੋ ਨਿਰਗੁਣ ਸਰੂਪ ਪਰਮੇਸ਼ਰ ਵਾਹਿਗੁਰੂ ਹੈ, ਉਸ ਦੀ ਫੌਜ ਤੁਹਾਨੂੰ ਉਹਦੇ ਨਾਲ ਹੀ ਸਿੱਧਾ ਜੋੜ ਦਿੰਦੇ। ਐਸੇ ਸਤਿਗੁਰੂ ਸਾਹਿਬ ਜੀ ਜੇ ਕਿਰਪਾ ਕਰਨ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ। ਜੇ ਗੁਰਦੇਵ ਆਪ ਵਸ ਕਰਕੇ ਕਿਰਪਾ ਕਰ ਦੇਣ ਤਾਂ ਨਾਮ ਧਿਆਇਆ ਜਾਂਦਾ ਹੈ। ਉਹ ਨਾਮ ਧਿਆਉਣ ਦੇ ਨਾਲ ਫਿਰ ਵਲੀ ਕੰਧਾਰੀ ਵਰਗੇ ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਦੂਰ ਹੋ ਕਰਕੇ ਸੰਤ ਬਿਰਤੀ ਆ ਜਾਂਦੀ ਹੈ। ਸੱਜਣ ਵਰਗੇ ਠੱਗ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮਾ ਭਗਤੀ ਕਰਕੇ ਸਹੀ ਸੱਜਣ ਬਣ ਜਾਂਦੇ। ਉਹ ਨਾਮ ਧਿਆਉਣ ਦੀ ਬਖਸ਼ਿਸ਼ ਕੀ ਹੈ? ਜੇ ਉਹ ਸਤਿਗੁਰੂ ਸਾਹਿਬ ਜੀ ਸਾਡੇ ਤੇ ਦਿਆਲਵਾਨ ਹੋ ਜਾਣ, ਦਇਆਵਾਨ ਹੋ ਜਾਣ, ਤੇ ਫਿਰ ਭਾਈ ਜਿਹੜੇ ਮਨ ਰਾਜੇ ਸਿਵਨਾਭ ਵਾਂਗ
ਵਿਚਲਤ ਹੋ ਗਏ ਸਨ, ਜਿਹੜੇ ਭਰਮਾਏ ਗਏ ਸਨ, ਭਰਮ ਵਿੱਚ ਪਏ ਹੋਏ ਮਨ ਸਨ, ਉਹ ਮਨ ਵੀ ਸਿੱਧੇ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੇ ਨਾਮ ਨਾਲ ਜੁੜ ਜਾਂਦੇ। ਜੇ ਗੁਰਦੇਵ ਕਿਰਪਾ ਕਰ ਦੇਣ ਤੇ ਜਿਹੜਾ ਵੇਸਵਾ ਬਿਰਤੀ ਵਾਲੀਆਂ ਬੀਬੀਆਂ ਨੇ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਜਿਸ ਸਮੇਂ ਸੰਗਲਾਦੀਪ ਗਏ ਨੇ ਭਰਮਾਉਣ ਦਾ ਯਤਨ ਕੀਤਾ, ਮੇਰੇ ਗੁਰਦੇਵ ਜੀ ਸਤਿਗੁਰੂ ਸਾਹਿਬ ਜੀ ਨੇ ਪਾਵਨ ਬਚਨ ਉਚਾਰਨ ਕੀਤੇ ਸਨ, ਗਾਸਿਓ ਪੁੱਤਰੀ ਰਾਜ ਕੁਵਾਰ, ਨਾਮ ਭਣੋ ਸੱਚ ਦੋਤ ਸਵਾਰ। ਧੀਓ ਪਰਮੇਸ਼ਰ ਦੀ ਬੰਦਗੀ ਕਰੋ। ਇਹ ਬਚਨ ਕਹਿਣੇ ਤੋਂ ਹੀ ਭਾਈ ਸਤਿਗੁਰੂ ਸਾਹਿਬ ਜੀ ਨੇ ਦਇਆ ਕੀਤੀ, ਸਾਰੀ ਵੇਸ਼ਿਆ ਬਿਰਤੀ ਖਤਮ ਹੋ ਗਈ। ਸਤਿਗੁਰੂ ਸਾਹਿਬ ਜੀ ਦੀ ਪ੍ਰੇਮਾ ਭਗਤੀ ਵਿੱਚ ਚਿੱਤ ਲੱਗ ਗਿਆ। ਜਦੋਂ ਗੁਰਦੇਵ ਕਿਰਪਾ ਕਰਨ ਤਾਂ ਨਾਮ ਧਿਆਇਆ ਜਾਂਦਾ। ਉਹਨਾਂ ਨੇ ਫਿਰ ਜਾ ਕਰਕੇ ਰਾਜੇ ਸ਼ਿਵਨਾਭ ਨੂੰ ਕਹਿ ਦਿੱਤਾ, ਰਾਜਨ, ਜਿਨ੍ਹਾਂ ਦੀ ਤੂੰ ਪਰਖ ਲੈਣਾ ਚਾਹੁੰਦਾ ਹੈ, ਜਿਨ੍ਹਾਂ ਨੂੰ ਪਰਖਣਾ ਚਾਹੁੰਦਾ ਹੈ, ਤੂੰ ਪੁੱਛਣਾ ਚਾਹੁੰਦਾ ਕੈਸਾ ਜੀਵਨ ਹੈ, ਉਹਨਾਂ ਦੇ ਜੀਵਨ ਅੰਮ੍ਰਿਤ ਦਾ ਇਹ ਅਸਰ ਹੈ। ਉਹਨਾਂ ਦੀ ਪਾਵਨ ਦਇਆ ਦ੍ਰਿਸ਼ਟੀ ਕਰਕੇ ਸਾਡੇ ਅੰਦਰੋਂ ਸਾਰਾ ਹੀ ਪਾਪਾਂ ਦਾ ਕੋੜ ਨਾਸ ਹੋ ਗਿਆ। ਤੂੰ ਵੀ ਸੰਸਾ ਤੇ ਸ਼ੰਕਾ ਨਾ ਕਰ, ਉਹਨਾਂ ਦੀ ਪਾਵਨ ਹਜ਼ੂਰੀ ਗ੍ਰਹਿਣ ਕਰ ਲੈ, ਤੇਰੀਆਂ ਕੁੱਲਾਂ ਦਾ ਭਲਾ ਹੋ ਜਾਵੇਗਾ। ਐਸੇ ਸਤਿਗੁਰੂ ਸਾਹਿਬ ਜੇ ਕਿਰਪਾ ਕਰ ਦੇਣ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀ। ਤਾਂ ਨਾਮ ਦੇ ਧਿਆਤਾ ਹੋ ਸਕੀਦਾ ਹੈ, ਤਾਂ ਨਾਮ ਧਿਆਇਆ ਜਾ ਸਕਦਾ ਹੈ। ਜਿਵੇਂ ਮਹਾਂਪੁਰਖਾਂ ਨੇ, ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਬੜਾ ਸੁੰਦਰ ਪ੍ਰਮਾਣ ਇਸ ਪ੍ਰਥਾਏ ਦਿੱਤਾ ਹੈ ਕਿ ਜਿਹੜੇ ਬਾਬਾ ਰਾਮ ਸਿੰਘ ਹੋਏ ਨੇ ਨਾਮ ਧਾਰੀਆਂ ਚੋਂ, ਉਹਨਾਂ ਦੇ ਪਾਸ ਇੱਕ ਗੁਰਮੁਖ ਗਿਆ ਪ੍ਰੇਮੀ, ਕਹਿਣ ਲੱਗਾ, ਮਹਾਂਪੁਰਖੋ ਕਿਰਪਾ ਕਰੋ, ਮੈਨੂੰ ਗੁਰਮੰਤਰ ਦੀ ਜਾਚਣਾ ਕਰਾਓ। ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ, ਅਸੀਂ ਤੇ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ ਖੰਡੇ ਬਾਟੇ ਦੀ ਪੌਲ ਲਈ ਹੈ ਭਾਈ, ਅਸੀਂ ਗੁਰੂ ਕਾ ਦਿੱਤਾ ਹੋਇਆ ਮੰਤਰ ਜਪਦੇ ਹਾਂ, ਤੂੰ ਵੀ ਉਹ ਜਪਿਆ ਕਰ। ਕਹਿਣ ਲੱਗਾ, ਤੁਸੀਂ ਕਿਹੜਾ ਮੰਤਰ ਜਪਦੇ ਹੋ? ਕਹਿਣ ਲੱਗੇ, ਅਸੀਂ ਵਾਹਿਗੁਰੂ ਮੰਤਰ ਜੋ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਪੰਜਾਂ ਪਿਆਰਿਆਂ ਪਾਸੋਂ ਸਾਨੂੰ ਦਵਾਇਆ, ਅਸੀਂ ਉਹ ਜਪਦੇ। ਤੇ ਇੰਨੇ ਬਚਨ ਨਾਮ ਧਿਆਉਣ ਵਾਲਿਆਂ ਦੀ ਰਸਨਾ ਤੋਂ ਸੁਣਨੇ ਤੇ ਕਹਿੰਦੇ ਉਸ ਗੁਰਮੁਖ ਪਿਆਰੇ ਦੇ ਅੰਦਰ 3 ਸਾਲ ਵਾਹਿਗੁਰੂ ਮੰਤਰ ਦਾ ਅਜੱਪਾ ਜਾਪ ਅਭਿਆਸ ਚੱਲਦਾ। ਫਿਰ ਵਾਪਸ ਗਿਆ, ਕਹਿਣ ਲੱਗਾ, ਜੀ ਮਨ ਹੁਣ ਵਿਚਲਿਤ ਹੋ ਗਿਆ। ਆਪ ਜੀ ਨੇ ਜਦੋਂ ਕਿਰਪਾ ਕੀਤੀ, ਵਾਹਿਗੁਰੂ ਮੰਤਰ ਦਾ ਅਭਿਆਸ ਚੱਲ ਪਿਆ ਸੀ, ਫਿਰ ਕਿਰਪਾ ਕਰੋ। ਕਹਿਣ ਲੱਗੇ, ਭਾਈ ਉਹ ਗੁਰੂ ਕੀ ਬਖਸ਼ਿਸ਼ ਸੀ, ਗੁਰੂ ਕੀ ਰਹਿਮਤ ਸੀ, ਦਾਸ ਦੀ ਰਸਨਾ ਤੋਂ ਸੁਣ ਕਰਕੇ ਤੇਰੇ ਅੰਦਰ ਜਪਾ ਜਾਪ ਚੱਲਿਆ। ਗੁਰਦੇਵ ਨੇ ਤਰਸ ਕੀਤਾ, ਕਲਗੀਧਰ ਪਿਤਾ ਜੀ ਨੇ, ਜਾ ਤੂੰ ਵੀ ਜਾ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਤੇਰੇ ਤੇ ਵੀ ਇਹ ਬਖਸ਼ਿਸ਼ ਹੋ ਜਾਵੇਗੀ, ਆਪ ਵੀ ਮਿਹਨਤ ਕਰਿਆ ਕਰ। ਉਹ ਗੁਰਮੁਖ ਪਿਆਰਿਆਂ ਨੇ ਮਹਾਂਪੁਰਖਾਂ ਨੂੰ ਮਿਲ ਕੇ ਦੱਸਿਆ, ਕਹਿਣ ਲੱਗੇ, ਮਹਾਂਪੁਰਖੋ ਫਿਰ ਮੈਂ 3 ਸਾਲ ਆਪ ਵਾਹਿਗੁਰੂ ਮੰਤਰ ਦਾ ਅਭਿਆਸ ਕੀਤਾ ਤੇ ਹੁਣ ਅਜੱਪਾ ਜਾਪ ਦੀ ਉਹ ਜਿਹੜੀ ਪਹਿਲਾਂ ਬਖਸ਼ਿਸ਼ ਹੋਈ ਸੀ ਫਿਰ ਹੋ। ਜੇ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਕਿਰਪਾ ਕਰ ਦੇਣ, ਜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਟੁੱਟ ਜਾਣ, ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਿਆਲਤਾ ਦੇ ਘਰ ਵਿੱਚ ਆ ਜਾਣ, ਤਾਂ ਨਾਮ ਧਿਆਈਏ ਜੀ। ਉਹ ਤਾਂ ਨਾਮ ਧਿਆਇਆ ਜਾਂਦਾ ਹੈ। ਵਰਨਾ ਜੇ ਕੋਈ ਜ਼ੋਰ ਲਾ ਕੇ ਆਖੇ ਕਿ ਮੈਂ ਜਪ ਸਕਦਾ ਹਾਂ, ਸੰਸਾਰ ਤੇ ਅਜਿਹਾ ਕੋਈ ਜਨਮਿਆ ਹੀ ਨਹੀਂ। ਸਿਲੇ ਤੇ ਕਰ ਸਕਦਾ ਹੈ, ਉਹਨੂੰ ਤਪੀਆ ਤੇ ਕਿਹਾ ਜਾ ਸਕਦਾ ਹੈ, ਪਰ ਭਗਤ ਨਹੀਂ ਕਿਹਾ ਜਾ ਸਕਦਾ। ਉਹ ਤਪ ਆਦਿ ਘਾਲਣਾ ਤੇ ਘਾਲ ਸਕਦਾ ਹੈ, ਪਰ ਨਾਮ ਧਿਆਉਣ ਵਾਸਤੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦੀ ਅਤਿਅੰਤ ਜ਼ਰੂਰਤ ਹੈ। ਜਿਵੇਂ ਕਿਰਪਾ ਕੀਤੀ ਭਾਈ, ਆਪਣੇ ਤੇ ਕਿੱਡੀ ਵੱਡੀ ਬਖਸ਼ਿਸ਼ ਮੇਰੇ ਵਰਗੇ ਗਰੀਬ ਤੇ ਕੀਤੀ ਗੁਰਦੇਵ ਜੀ ਨੇ। ਮਨੁੱਖਾ ਦੇ ਹੀ ਬਖਸ਼ਿਸ਼ ਕੀਤੀ, ਸਿੱਖਾਂ ਦੇ ਘਰ ਦਾ ਜਨਮ, ਗੁਰਸਿੱਖੀ ਦੀ ਦਾਤ, ਫਿਰ ਕਿਰਪਾ ਕਰਕੇ ਰਹਿਮਤ ਕਰਕੇ ਆਪਣੇ ਦਰ ਘਰ ਦੇ ਵਿੱਚ ਥਾਂ ਬਖਸ਼ਣੀ, ਇਹ ਮਹਾਨ ਕਿਰਪਾ ਹਨ। ਇਸ ਕਿਰਪਾ ਦਾ ਹੀ ਸਦਕਾ ਹੈ। ਇਹ ਦਰ ਕਿੱਡਾ ਮਹਾਨ ਹੈ। ਇਸ ਦਰ ਨੂੰ ਤੁਰਦਿਆਂ ਹੀ ਰਸਨਾ ਤੋਂ ਨਿਕਲਦਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ। ਇਸ ਦਰ ਤੇ ਝੁਕੇ ਤਾਂ ਰਸਨਾ ਤੋਂ ਵਾਹਿਗੁਰੂ ਸਿਮਰਨ ਦਾ ਅਭਿਆਸ। ਇਹ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦੀ ਮਹਾਨ ਕਿਰਪਾ ਹੈ। ਇਹ ਜੋ ਸਤ ਸੰਗਤ ਦੇ ਦੀਦਾਰ ਹੋ ਰਹੇ ਹਨ, ਸਤਿਗੁਰ ਮਿਲੈ ਸੁਭਾਏ। ਭਾਈ ਇਹ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਜਾਣ, ਸੋ ਸ੍ਰੇਸ਼ਟ ਭਾਈ ਭਾਵਨਾ ਨੂੰ ਵਿਚਾਰ ਕਰਕੇ, ਹਿਰਦੇ ਦੀ ਭਾਵਨਾ ਮਨ ਕਰਕੇ ਭਾਈ ਸੁਤੇ ਮਿਲ ਜਾਣ। ਸਹਿਜ ਗੁਣ ਗਾਈਐ ਜੀਓ। ਫਿਰ ਗੁਰਮੁਖਾਂ ਨੂੰ ਕੀ ਅਵਸਥਾ ਪ੍ਰਾਪਤ ਹੋ ਗਈ ਹੈ? ਸੁਤੇ ਹੀ
ਸਹਿਜ ਅਵਸਥਾ ਵਿੱਚ ਆ ਜਾਂਦੇ ਨੇ, ਗੁਣਾਂ ਨੂੰ ਗਾਉਣ ਵਾਲੇ ਹੋ ਜਾਂਦੇ ਨੇ, ਗੁਣਾਂ ਦੇ ਧਿਆਤਾ ਜੇ। ਗੁਣ ਗਾਏ ਵਿਗਸੈ ਸਦਾ ਆਨ ਦੇਨ। ਮਹਾਰਾਜ ਉਹ ਜਿਹੜੇ ਨਾਮ ਧਿਆਉਂਦੇ ਨੇ ਉਹਨਾਂ ਨੂੰ ਫਿਰ ਕੀ ਹੋਰ ਕੋਈ ਬਖਸ਼ਿਸ਼ ਦੱਸੋ। ਠੀਕ ਹੈ, ਸਹਿਜ ਅਵਸਥਾ 'ਚ ਆ ਗਏ ਮਹਾਰਾਜ, ਫਿਰ ਉਹ ਚੋਪੀ ਰਹਿੰਦੇ ਨੇ। ਕਹਿੰਦੇ ਵਿਗਸੈ ਆਨੰਦ ਵਿੱਚ ਹਨ, ਖੁਸ਼ੀ ਵਿੱਚ ਹਨ, ਸੋਗ ਨਹੀਂ ਉਹਨਾਂ ਨੂੰ ਕੋਈ, ਰੋਸੇ ਨਹੀਂ ਪਰਮੇਸ਼ਰ ਵਾਹਿਗੁਰੂ ਦੇ ਨਾਲ। ਮਹਾਰਾਜ ਕਿੰਨਾ ਕੁ ਸਮਾਂ ਉਹ ਵਿਗਸੈ ਆਨੰਦ ਵਿੱਚ ਰਹਿੰਦੇ ਨੇ, ਖੁਸ਼ੀ ਵਿੱਚ ਰਹਿੰਦੇ ਹਨ। ਕਹਿੰਦੇ ਅਨ ਦਿਨ, ਦਿਨ ਪਰ ਰਾਤ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਆਨੰਦ ਵਿੱਚ ਹਨ। ਆਨੰਦ ਕੀ ਹੈ? ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਇਹ ਹੈ ਸਤਿਗੁਰੂ ਸਾਹਿਬ ਜੀ ਦੀ ਪ੍ਰਾਪਤੀ ਹੋ ਗਈ ਹੈ। ਇਹੋ ਹੀ ਵੱਡਾ ਆਨੰਦ ਹੈ ਸੰਸਾਰ ਦਾ। ਇਹ ਕਿੱਡਾ ਵੱਡਾ ਆਨੰਦ ਹੈ ਕਿ ਸਰਬੰਸਦਾਨੀ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ, ਧੁਰ ਕੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਗੁਰੂ ਹਨ। ਇਸ ਆਨੰਦ ਵਿੱਚ ਹਨ ਉਹ ਜਾ ਆਪ ਸਾਚੇ ਭਾਵੈ। ਮਹਾਰਾਜ ਕੌਣ ਨੇ ਆਨੰਦ ਵਿੱਚ? ਕਹਿੰਦੇ ਜਿਹੜੇ ਭਾਈ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਗਏ ਹਨ, ਜਿਨ੍ਹਾਂ ਦੇ ਚਿੱਤ ਦੀ ਭਾਵਨਾ ਭਾ ਗਈ ਹੈ, ਜਿਨ੍ਹਾਂ ਦੇ ਚਿੱਤ ਦੀ ਭਾਵਨਾ ਨੂੰ ਜਾਣ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਦਰੋਂ ਕਰੋਂ ਨਾਮ ਦੀ ਦਾਤ ਬਖਸ਼ਿਸ਼ ਕਰਵਾ ਦਿੱਤੀ ਹੈ। ਉਹ ਕੈਸੀ ਭਾਵਨਾ ਹੈ? ਜੇ ਭਾਈ ਭਾਉਣ ਤੇ ਆਵੇ ਉਹ ਅਕਾਲ ਪੁਰਖ ਵਾਹਿਗੁਰੂ ਛਿਣ ਭਰ ਦੇ ਵਿੱਚ ਹੀ ਨਿਬੇੜਾ ਕਰ ਦਿੰਦਾ। ਪਹਿਲਾਂ ਬੇਨਤੀ ਕੀਤੀ ਹੈ, ਕਿਸੇ ਨੂੰ ਆਪਣੇ ਸਾਧਨ ਤੇ ਉੱਤੇ ਬਹੁਤਾ ਮਾਣ, ਜਿਵੇਂ ਗੁਰਮੁਖ ਪਿਆਰਿਆਂ ਨੇ ਬਾਬਾ ਫਰੀਦ ਜੀ ਬਾਬਤ ਕਥਾ ਲਿਖਦੇ ਨੇ ਕਿ ਸਾਹਿਬ ਬਾਬਾ ਫਰੀਦ ਜੀ ਖੂਹ ਦੇ ਵਿੱਚ ਪੁੱਠੇ ਲਮਕ ਕਰਕੇ ਬੰਦਗੀ ਕਰ ਰਹੇ ਸਨ, ਸੰਗਲ ਪਾਏ ਹੋਏ ਨੇ ਪੈਰ ਨੂੰ, ਤੇ ਕੋਈ 7-8 ਵਰੇ ਹੋ ਗਏ ਨੇ, ਹਰ ਰੋਜ਼ ਉਸ ਖੂਹ ਵਿੱਚ ਲਮਕ ਕੇ ਤੇ ਬੰਦਗੀ ਖੁਦਾ ਦੀ ਕਰਦੇ। ਤੇ ਸ਼ਰਧਾ ਕੀ ਹੈ? ਚਿੱਤ ਦੀ ਭਾਵਨਾ ਹੈ ਕਿ ਖੁਦਾਵੰਦ ਕਰੀਮ ਦੀਦਾਰ ਬਖਸ਼ ਦੇਣ। ਤੇ ਇੱਕ ਦਿਹਾੜੇ ਕੋਈ ਆਜਾਲੀ ਭੇਡਾਂ ਚਾਰਨ ਵਾਲਾ ਉੱਥੇ ਆ ਗਿਆ। ਉਹਨੇ ਵੇਖਿਆ ਖੂਹ ਦੇ ਵਿੱਚੋਂ ਕੋਈ ਆਵਾਜ਼ ਆਉਂਦੀ, ਅਗਾਂਹ ਹੋ ਕੇ ਪੁੱਛਿਆ, ਕਹਿਣ ਲੱਗੇ ਭਾਈ ਕੌਣ ਹੈ ਤੂੰ, ਕੋਈ ਬਲਾ ਹੈ ਇਹਦੇ ਵਿੱਚ ਬੋਲਦੀ? ਕਹਿੰਦੇ ਨਹੀਂ, ਅਸੀਂ ਭਾਈ ਖੁਦਾ ਦੇ ਬੰਦੇ ਹਾਂ। ਕਹਿੰਦੇ ਫਿਰ ਇੱਥੇ ਕੀ ਕਰਦੇ ਜੇ? ਡਿੱਗੇ ਹੋਏ ਜੇ, ਤੁਹਾਨੂੰ ਕੱਢ ਲਈਏ? ਕਹਿੰਦੇ ਨਹੀਂ, ਖੁਦਾ ਦੀ ਬੰਦਗੀ ਕਰਦੇ ਪੁੱਠੇ ਲਮਕ। ਅੱਛਾ ਜੀ, ਪੁੱਠੇ ਲਮਕਣ ਨਾਲ ਖੁਦਾ ਦੀ ਬੰਦਗੀ ਕਰਨ ਨਾਲ ਕੀ ਮਿਲਦਾ? ਕਹਿੰਦੇ ਖੁਦਾ ਪ੍ਰਾਪਤ ਹੋ ਜਾਂਦਾ। ਅੱਛਾ ਜੀ, ਖੁਦਾ ਪ੍ਰਾਪਤ ਹੋ ਜਾਵੇ ਫਿਰ ਕੀ ਹੋਵੇਗਾ? ਕਹਿੰਦੇ ਫਿਰ ਜੋ ਉਹਦੇ ਪਾਸੋਂ ਮੰਗਾਂਗੇ ਉਹ ਮਿਲ ਜਾਵੇ। ਇਹਨੇ ਤਤਸ਼ਨ ਆਪਣੇ ਬੱਚੇ ਨੂੰ ਆਵਾਜ਼ ਮਾਰੀ, ਕਹਿਣ ਲੱਗਾ ਦੱਬ ਇਕੱਠੀ ਕਰ ਛੇਤੀ ਦੇਣੇ, ਆ ਕੰਮ ਬੜਾ ਸੌਖਾ ਹੀ, ਗਰੀਬੀ 'ਚ ਸਾਰੀ ਜ਼ਿੰਦਗੀ ਕਿਵੇਂ ਕੱਢਾਂਗੇ। ਦੱਬ ਪਕੜੀ, ਉਹਦਾ ਬੇੜ ਵੱਟਿਆ, ਪੈਰਾਂ ਨੂੰ ਪਾ ਕੇ ਤੇ ਲਮਕ ਗਿਆ। ਅਜੇ ਕੁਝ ਘੜੀਆਂ ਹੀ ਬਤੀਤ ਹੋਈਆਂ ਸਨ ਤੇ ਖੁਦਾਵੰਦ ਕਰੀਮ ਨੇ ਕਹਿੰਦੇ ਆਣ ਕੇ ਦੀਦਾਰ ਬਖਸ਼ਿਸ਼ ਕੀਤੇ। ਉਸ ਆਜਾਲੀ ਨੂੰ ਬਾਹਰ ਕੱਢਿਆ, ਭੇਡਾਂ ਚਾਰਨ ਵਾਲੇ ਨੂੰ। ਕਹਿਣ ਲੱਗੇ ਦੱਸ ਕੀ ਇੱਛਾ? ਕਹਿੰਦੇ ਮੈਂ ਆਪਣੀ ਇੱਛਾ ਤੇ ਬਾਅਦ 'ਚ ਦੱਸਾਂਗਾ, ਇੱਕ ਮੇਰਾ ਭਰਾ ਹੋਰ ਲਮਕਦਾ ਜੇ ਉੱਥੇ, ਉਹਨੂੰ ਵੀ ਬਾਹਰ ਕੱਢੋ। ਬਾਹਰ ਕੱਢਿਆ। ਉਸ ਸਮੇਂ ਕਹਿੰਦੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਬਾਬਾ ਜੀ ਨੇ, ਮਹਾਰਾਜ ਮੈਨੂੰ ਇੰਨਾ ਸਮਾਂ ਹੋ ਗਿਆ, ਇਹਨੂੰ ਬੜੀ ਛੇਤੀ ਨਾਲ ਦੀਦਾਰ ਦੇਣ ਵਾਸਤੇ ਆ ਗਏ ਹੋ। ਬਚਨ ਕੀਤੇ ਤੈਨੂੰ ਆਪਣੇ ਸਾਧਨ ਤੇ ਮਾਣ ਸੀ, ਤੂੰ ਆਪਣਾ ਪ੍ਰਬੰਧ ਕਰਕੇ ਆਇਆ ਹੋਇਆ ਸੀ ਕਿ ਪਤਾ ਨਹੀਂ ਮੈਂ ਕਦੋਂ ਬੌੜਾਂ। ਇਹਨੇ ਸਾਧਨ ਤੇ ਮਾਣ ਨਹੀਂ ਕੀਤਾ, ਇਹਨੂੰ ਇੰਨਾ ਪਤਾ ਸੀ ਜੇ ਅਸੀਂ ਆ ਜਾਵਾਂਗੇ ਤੇ ਕਾਰਜ ਰਾਸ ਹੋ ਜਾਣਗੇ। ਭਾਈ ਐਵੇਂ ਜਿਨ੍ਹਾਂ ਦੀ ਭਾਵਨਾ ਸੱਚੇ ਪਰਮੇਸ਼ਰ ਵਾਹਿਗੁਰੂ ਨੂੰ ਭਾ ਜਾਵੇ, ਜਿਹਦੀ ਭਾਵਨਾ ਭਾ ਗਈ, ਉਹਦੇ ਤੇ ਕਿਰਪਾ ਕਰਕੇ ਨਾਮ ਧਿਆਉਣ ਵਾਲਾ ਬਣਾ ਦਿੱਤਾ। ਉਹੋ ਹੀ ਸਦਾ ਦਿਨ ਪਰ ਰਾਤ ਆਨੰਦ ਵਿੱਚ ਹੈ ਜੇ। ਅਹੰਕਾਰ ਹੋਮੈ ਤਜੈ ਮਾਇਆ। ਤੇ ਕੀ ਛੱਡਣਾ ਪਵੇਗਾ? ਕਹਿੰਦੇ ਭਾਈ ਹੰਕਾਰ ਛੱਡਣਾ ਪਵੇਗਾ, ਆਪਣੇ ਗੁਣਾਂ ਦਾ ਹਉਮੈ, ਆਪਣੇ ਸਰੀਰ ਦੀ ਤਨ ਦੀ ਜਿਹੜੀ ਹਉਮੈ ਲੱਗੀ ਹੋਈ ਹੈ ਇਹ ਛੱਡਣੀ ਪਵੇ। ਮਾਇਆ ਦਾ ਮਾਣ ਇਹ ਤਜਣਾ ਪਵੇਗਾ। ਜਿਵੇਂ ਕਿ ਆਪਾਂ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਸਰਵਣ ਕਰਦੇ ਹਾਂ ਕਿ ਜਿਸ ਸਮੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਕੁੜਮਾਈ ਹੋਈ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ, ਸਾਹਿਬ ਬਾਬਾ ਮਰਦਾਨਾ ਜੀ ਨੂੰ ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਆਪਣੇ ਪਾਸ ਬੁਲਾ ਕਰਕੇ ਆਖਿਆ, ਭਾਈ ਮਰਦਾਨਾ ਜੀ ਸਾਡੇ ਘਰ ਤੋਂ ਬਿਨਾਂ ਤੁਸੀਂ ਕਿਸੇ ਹੋਰ ਘਰ ਵਿੱਚ ਮੰਗਣ ਨਹੀਂ ਜਾਣਾ। ਅੱਜ ਤੋਂ ਬਾਅਦ ਜੋ ਕੁਝ ਵੀ ਚਾਹੀਦਾ ਹੈ ਪਿਤਾ ਜੀ ਪਾਸੋਂ ਪ੍ਰਾਪਤ ਕਰ ਲੈਣਾ, ਜੇ ਪਿਤਾ ਜੀ ਨਾ ਦੇਣ ਤੇ ਸਾਡੇ ਪਾਸ ਆ ਜਾਣਾ। ਸਾਹਿਬ ਬਾਬਾ ਮਰਦਾਨਾ ਜੀ ਐਵੇਂ ਹੀ ਕਰਦੇ ਰਹੇ। ਇੱਕ ਇੱਥੇ ਵਿਚਾਰ ਕਰਨ ਵਾਲੀ ਗੱਲ ਹੈ, ਗੁਰੂ ਕੇ ਸਿੱਖੋ, ਆ ਕੋਈ ਕਿਤੇ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਦਰ ਐਸਾ ਜੇ
ਜਿਹੜਾ ਗੁਰੂ ਕਾ ਹੋ ਜਾਵੇ। ਗੁਰੂ ਕਹਿੰਦਾ ਮੇਰੇ ਦਰ ਤੋਂ ਬਿਨਾਂ ਕਿਤੇ ਹੋਰ ਮੰਗਣ ਜਾ ਹੀ ਨਾ, ਤੇਰੀਆਂ ਸਾਰੀਆਂ ਲੋੜਾਂ ਇੱਥੋਂ ਪੂਰੀਆਂ ਹੋ ਜਾਣਗੀਆਂ। ਤੇ ਸਾਹਿਬ ਬਾਬਾ ਮਰਦਾਨਾ ਜੀ ਦੀ ਭਾਵਨਾ ਵੇਖੋ, ਕਿਸੇ ਹੋਰ ਘਰ ਮੰਗਣ ਵੀ ਨਹੀਂ ਗਏ। ਤੇ ਜਦੋਂ ਬਾਬਾ ਮਰਦਾਨਾ ਜੀ ਨੇ ਆਪਣੀ ਧੀ ਦਾ ਵਿਵਾਹ ਰੱਖਿਆ ਨਾ, ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਸੁਲਤਾਨਪੁਰ ਲੋਧੀ ਪਹੁੰਚੇ, ਬੇਨਤੀ ਕੀਤੀ, ਕਿਰਪਾਲੂ ਜੀ ਘਰ ਦਾ ਕਾਰਜ ਬੜਾ ਵਧੀਆ ਬਾਬਾ ਮਹਿਤਾ ਜੀ ਪਾਸੋਂ ਚੱਲੀ ਜਾਂਦਾ, ਪਰ ਹੁਣ ਧੀ ਦਾ ਵਿਵਾਹ ਹੈ। ਬਾਬਾ ਜੀ ਨੇ ਜਵਾਬ ਦੇ ਦੇਣਾ, ਮੈਂ ਮੰਗਿਆ ਨਹੀਂ, ਪਰ ਮੈਨੂੰ ਲੱਗਦਾ ਹੈ ਬਾਬਾ ਜੀ ਨੇ ਇੰਨਾ ਕਰਨਾ ਨਹੀਂ, ਧੀ ਤੁਹਾਡੀ ਹੈ, ਆਪ ਕਿਰਪਾ ਕਰਕੇ ਉਹਦਾ ਵਿਵਾਹ ਕਰੋ। ਮੇਰੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਭਗੀਰਥ ਜੀ ਨੂੰ ਸੱਦਿਆ। ਭਗੀਰਥ ਜੀ ਨੂੰ ਸੱਦ ਕੇ ਬਚਨ ਕੀਤੇ, ਕਹਿੰਦੇ ਸੂਚੀ ਬਣਾਓ, ਜਿਹਨੂੰ ਅਜੋਕੇ ਸਮੇਂ ਅਜੋਕੀ ਭਾਸ਼ਾ 'ਚ ਆਪਾਂ ਲਿਸਟ ਕਹਿ ਦਿੰਦੇ। ਸੂਚੀ ਬਣਵਾਈ, ਹਰ ਇੱਕ ਵਸਤੂ ਆਪ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਲਿਖਵਾਈ, ਨਾਲ ਬਚਨ ਕੀਤੇ ਭਗੀਰਥ ਸਾਡੀ ਧੀ ਦਾ ਵਿਵਾਹ ਹੈ, ਤੇ ਇਹ ਸਾਰੀਆਂ ਵਸਤੂਆਂ ਕਿਤੇੋਂ ਹੋਰੋਂ ਨਹੀਂ ਲੈ ਕੇ ਆਉਣੀਆਂ, ਲਾਹੌਰ ਤੋਂ ਲੈ ਕੇ ਆਉਣੀਆਂ, ਬਾਕੀ ਬਾਜ਼ਾਰਾਂ 'ਚੋਂ ਵਧੀਆ ਵਸਤੂ ਨਹੀਂ ਪ੍ਰਾਪਤ। ਤੇ ਨਾਲ ਬਚਨ ਕੀਤੇ ਇੱਕ ਰਾਤ ਤੋਂ ਵਧੇਰੇ ਸਮਾਂ ਨਹੀਂ ਲਾਉਣਾ। ਭਾਈ ਭਗੀਰਥ ਜੀ ਲਾਹੌਰ ਪਹੁੰਚੇ, ਜਾ ਕੇ ਮਨਸੁਖ ਵਪਾਰੀ ਦੀ ਦੁਕਾਨ ਤੇ ਹੋਰ ਦੁਕਾਨਾਂ ਵੇਖੀਆਂ। ਜਦੋਂ ਵੇਖਿਆ ਸੁੰਦਰ ਦੁਕਾਨ ਹੈ, ਇੱਥੋਂ ਪ੍ਰਾਪਤ ਹੋ ਜਾਵੇਗਾ ਸਮਾਨ, ਸਾਰੀਆਂ ਵਸਤੂਆਂ, ਉੱਥੇ ਉਹ ਸੂਚੀ ਫੜਾਈ, ਕਹਿਣ ਲੱਗੇ ਜੋ ਸਭ ਨਾਲੋਂ ਵਧੀਆ ਸਮਾਨ ਹੈ ਨਾ ਉਹ ਦੇਣਾ। ਸਾਰਾ ਸਮਾਨ ਇਕੱਤਰ ਕਰ ਲਿਆ ਤੇ ਭਾਈ ਭਗੀਰਥ ਜੀ ਨੂੰ ਮਨਸੁਖ ਜੀ ਕਹਿਣ ਲੱਗੇ, ਕਹਿੰਦੇ ਬਾਕੀ ਸਮਾਨ ਸਾਰਾ ਤਿਆਰ ਹੈ, ਪਰ ਜੇ ਚੂੜਾ ਖਾਣਾ ਹੈ ਨਾ ਤੇ ਇਹਨੂੰ 2 ਰਾਤਾਂ ਤੁਹਾਨੂੰ ਲੱਗ ਜਾਣਗੀਆਂ, ਅੱਜ ਦੀ ਤੇ ਕੱਲ ਦੀ ਦਿਹਾੜੀ ਲਾ ਲਵੋ ਤੇ ਪਰਸੋਂ ਮਿਲ ਜਾਵੇਗਾ। ਤੇ ਭਾਈ ਭਗੀਰਥ ਜੀ ਕਹਿਣ ਲੱਗੇ, ਭਾਈਆ ਜੇ ਮੈਂ ਇੱਕ ਰਾਤ ਹੋਰ ਰਹਿ ਗਿਆ ਨਾ ਤੇ ਮੈਂ ਮਰ ਹੀ ਜਾਣਾ, ਮੈਂ ਤਬਾਹ ਹੋ ਜਾਣਾ, ਮੇਰੇ ਪੱਲੇ ਕੱਖ ਨਹੀਂ ਰਹਿਣਾ। ਕਹਿਣ ਲੱਗੇ ਕਾਰਨ, ਕਹਿੰਦੇ ਜਿਨ੍ਹਾਂ ਨੇ ਭੇਜਿਆ ਉਹਨਾਂ ਕਹੇ ਇੱਕੋ ਹੀ ਰਾਤ ਲਾ ਕੇ ਆਉਣਾ ਹੈ। ਤੇ ਮਨਸੁਖ ਕਹਿਣ ਲੱਗਾ ਤੂੰ ਕਿਸੇ ਰਾਜੇ ਦਾ ਨੌਕਰ ਹੈ, ਕਿਸੇ ਰਾਜੇ ਦੇ ਪਾਸ ਚਾਕਰੀ ਕਰਦੇ ਹੋ ਜਿਨ੍ਹਾਂ ਇੰਨੇ ਕਰੜੇ ਹੁਕਮ ਕੀਤੇ ਹਨ? ਤਾਂ ਬਚਨ ਕੀਤੇ ਨਹੀਂ, ਜਿਨ੍ਹਾਂ ਦੀ ਮੈਂ ਚਾਕਰੀ ਕਰਦਾ ਹਾਂ ਉਹ ਦੀਨ ਦੁਨੀਆ ਦੇ ਵਾਲੀ ਸੱਚੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਨ, ਮੈਂ ਉਹਨਾਂ ਦਾ ਚਾਕਰ ਹਾਂ, ਉਹਨਾਂ ਦਾ ਹੁਕਮ ਹੈ ਮਨਸੁਖ ਕੇ ਇੱਕੋ ਹੀ ਰਾਤ ਲਾ ਕੇ ਵਾਪਸ ਆ ਜਾਣਾ, ਜੇ ਦੂਸਰੀ ਰਾਤ ਲੱਗ ਗਈ ਤੇ ਮੇਰੇ ਗੁਰਦੇਵ ਜੀ ਦੇ ਹੁਕਮ ਦੀ ਉਲੰਘਣਾ ਹੋ ਜਾਣੀ। ਉਹ ਤੇ ਹੁਣ ਮੇਰੇ ਵਰਗੇ ਸਿੱਖ ਨੇ ਨਾ, ਸਤਿਗੁਰੂ ਸਾਹਿਬ ਜੀ ਨੇ ਅਨੇਕਾਂ ਬਖਸ਼ਾਂ ਕਰਕੇ ਸਰਬੰਸ ਵਾਰ ਕੇ ਕੀ ਆਖਿਆ, ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ, ਮੈਂ ਉਸਕਾ ਚਿਹਰਾ। ਤੇ ਮਹਾਰਾਜ ਹੋਰ ਬਚਨ ਕਹਿਣ ਲੱਗੇ, ਭਾਈ ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌਰ ਮੜੀ ਮਟ ਭੂਲ ਨਾ ਮੰਨੈ। ਗੁਰੂ ਕਾ ਸਿੱਖਾ ਗੌਰਾਂ ਮੜੀਆਂ ਮਟਾਂ ਨੂੰ ਭੁੱਲ ਕੇ ਨਾ ਮੰਨੇ, ਕਿਉਂ ਜੀ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨਾ। ਇਹ ਸਾਡਾ ਹੁਕਮ ਹੈ, ਕੋਈ ਬੇਨਤੀ ਨਹੀਂ ਕੀਤੀ। ਗੁਰਦੇਵ ਜੀ ਨੇ ਹੁਕਮ ਕੀਤਾ, ਇੱਕ ਅਕਾਲ ਪੁਰਖ ਵਾਹਿਗੁਰੂ ਸੱਚੇ ਪਰਮੇਸ਼ਰ ਵਾਹਿਗੁਰੂ ਨੂੰ ਧਿਆਉਣ ਤੋਂ ਬਿਨਾਂ ਕਿਸੇ ਨੂੰ ਮਨ ਦੇ ਨੇੜੇ ਵੀ ਨਾ ਆਉਣ ਦੇਵੀਂ। ਤੇ ਸਿੱਖ ਵੀਰਵਾਰ ਤੇ ਜਾ ਕੇ ਸਮਾਧ ਤੇ ਤੇਲ ਪਾ ਕੇ ਵੀ ਸਿੱਖ, ਸ਼ਨੀਵਾਰ ਨੂੰ ਸ਼ਨੀ ਨੂੰ ਤੇਲ ਪਾ ਕੇ ਵੀ ਸਿੱਖ। ਮਿੱਤਰਾ ਐਵੇਂ ਸਿੱਖ ਬਣਿਆ ਨਹੀਂ ਜਾਣਾ। ਸਿੱਖ ਦਾ ਕਰਮ ਕੀ ਹੈ? ਸਿੱਖ ਕਹਿੰਦਾ ਮਨਸੁਖ ਇੱਕ ਰਾਤ ਵੱਧ ਲੱਗ ਗਈ ਤੇ ਮੇਰਾ ਜੀਵਨ ਹੀ ਤਬਾਹ ਹੋ ਜਾਣਾ, ਹੁਣ ਤੱਕ ਦਾ ਜਿੰਨਾ ਘਾਲਿਆ ਹੈ ਸਾਰਾ ਖਤਮ ਹੋ ਜਾਵੇਗਾ, ਮੈਂ ਗੁਰੂ ਕੇ ਹੁਕਮ ਤੋਂ ਬਾਹਰਾ ਹੋ ਜਾਣਾ। ਤੇ ਮਨਸੁਖ ਕਹਿਣ ਲੱਗਾ, ਓਏ ਸੱਚਾ ਸਤਿਗੁਰੂ ਕੋਈ ਨਹੀਂ ਦੁਨੀਆ ਤੇ, ਸਭ ਦੁਕਾਨਦਾਰੀਆਂ ਨੇ ਐਵੇਂ ਸਿੱਖਾ ਭਰਮਣਾ ਪਾਲੀ ਫਿਰ ਭਗੀਰਥ ਤੂੰ ਚੰਗਾ ਲੱਗਦਾ ਹੈ, ਸੁੰਦਰ ਵਪਾਰੀ ਹੈ, ਚੰਗੇ ਤੇਰੇ ਕਰਮ ਹਨ, ਐਵੇਂ ਗੱਲਾਂ ਨਾ ਕਰ। ਦੁਨੀਆ ਤੇ ਕੋਈ ਸੱਚਾ ਪਾਤਸ਼ਾਹ ਨਹੀਂ, ਸਾਰੇ ਲੋਕ ਠਾਗੀ ਤੁਰੇ ਫਿਰਦੇ ਨੇ। ਤੇ ਭਾਈ ਭਗੀਰਥ ਜੀ ਕਹਿਣ ਲੱਗੇ, ਨਾ ਮਨਸੁਖ ਅਜਿਹੇ ਬਚਨ ਨਾ ਕਰ। ਮੇਰੇ ਗੁਰਦੇਵ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤਪਦਿਆਂ ਦੇ ਹਿਰਦੇ ਠਾਰਨ ਵਾਲੇ, ਉਹ ਵਾਕਿਆ ਹੀ ਸੱਚੇ ਸਤਿਗੁਰੂ ਨੇ, ਕਿਤੇ ਦੀਦਾਰ ਤਾਂ ਕਰਕੇ ਵੇਖ। ਤੇ ਮਨਸੁਖ ਕਹਿਣ ਲੱਗਾ, ਚੰਗਾ ਫਿਰ ਭਗੀਰਥ ਤੇਰੀ ਇੰਨੀ ਸ਼ਰਧਾ ਕਰਕੇ, ਮੈਨੂੰ ਤੇ ਪਤਾ ਹੀ ਹੈ, ਪਰ ਤੇਰੀ ਇੰਨੀ ਸ਼ਰਧਾ ਕਰਕੇ ਮੈਂ ਤੇਰੇ ਨਾਲ ਇੱਕ ਬਚਨ ਕਰਦਾ। ਮੇਰੇ ਪਾਸ ਇੱਕ ਚੂੜਾ ਪਹਿਲਾਂ ਦਾ ਬਣਿਆ ਹੋਇਆ ਆਇਆ ਸੀ, ਬੜਾ ਸੁੰਦਰ ਬਣਿਆ ਸੀ,
ਮੈਂ ਸੁੰਦਰ ਜਾਣ ਕਰਕੇ ਕਿਸੇ ਨੂੰ ਦਿੱਤਾ ਨਹੀਂ। ਤੂੰ ਰਾਤ ਮੇਰੇ ਪਾਸ ਟਿਕ ਤੇ ਸਵੇਰੇ ਮੈਂ ਤੇਰੇ ਨਾਲ ਹੀ ਚੱਲਾਂਗਾ, ਵੇਖਾਂਗਾ ਜਾ ਕੇ ਤੇਰਾ ਗੁਰੂ ਸੱਚਾ ਹੈ ਜਾਂ ਨਹੀਂ ਹੈ। ਰਾਤ ਭਾਈ ਭਗੀਰਥ ਜੀ ਮਨਸੁਖ ਦੇ ਪਾਸ ਰੁਕੇ। ਮੇਰੇ ਗੁਰਦੇਵ ਜੀ ਦੇ ਪਾਵਨ ਦੀਦਾਰ ਨੂੰ ਅਗਲੇ ਦਿਹਾੜੇ ਚੱਲੇ ਹਨ ਤੇ ਰਸਤੇ ਵਿੱਚ ਚੱਲਦਿਆਂ ਚੱਲਦਿਆਂ ਮਨਸੁਖ ਕਹਿਣ ਲੱਗੇ, ਜੇ ਤੇਰੇ ਗੁਰੂ ਸੱਚੇ ਹੋਣਗੇ ਨਾ, ਪਰਖ ਤਾਂ ਜਾਣਾ ਜੇ ਮੇਰਾ ਨਾਂ ਲੈ ਕਰਕੇ ਮੈਨੂੰ ਆਵਾਜ਼ ਦੇਣ। ਤੇ ਭਾਈ ਭਗੀਰਥ ਜੀ ਹੱਸ ਪਏ, ਕਹਿਣ ਲੱਗੇ, ਉਹ ਸਮੁੰਦਰ ਕੋਲ ਬੂੰਦਾਂ ਦਾ ਘਾਟਾ ਹੁੰਦਾ, ਜਿਹੜੀ ਤੇਰੀ ਇੱਛਾ ਹੈ ਨਾ, ਇਹ ਜਲ ਦੀ ਬੂੰਦ ਨਾਲੋਂ ਵੀ ਛੋਟੀ ਹੈ। ਮੇਰੇ ਸਤਿਗੁਰੂ ਗੁਰਦੇਵ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਮੁੰਦਰ ਦੀ ਨਿਆਈ ਹਨ, ਸ਼ਕਤੀਆਂ ਦੇ ਅਥਾਹ ਸਮੁੰਦਰ ਹਨ। ਇਹ ਤੇ ਬੜੀ ਛੋਟੇ ਜਿਹਾ ਬਚਨ ਤੁਸੀਂ ਕਰ ਦਿੱਤਾ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸ ਪਹੁੰਚੇ। ਭਾਈ ਭਗੀਰਥ ਜੀ ਨੂੰ ਸਤਿਗੁਰੂ ਸਾਹਿਬ ਜੀ ਨੇ ਕਿਹਾ, ਧੰਨ ਭਾਈ ਭਗੀਰਥ ਜੀ, ਆਪ ਜੀ ਦਾ ਜੀਵਨ ਚੰਦਨ ਵਰਗਾ ਹੈ। ਆਪ ਜੀ ਦੇ ਹਿਰਦੇ ਵਿੱਚ ਜਿਹੜੀ ਸੁਗੰਧੀ ਰੂਪੀ ਸ਼ਰਧਾ ਸੀ, ਤੁਸੀਂ ਦੂਸਰੇ ਜਿਹੜੇ ਜੜ ਸਨ ਉਹਨਾਂ ਦੇ ਹਿਰਦਿਆਂ ਵਿੱਚ ਵੀ ਭਰਨ ਵਾਲੇ ਹੋ। ਕਹਿਣ ਲੱਗੇ, ਇੱਕ ਨੂੰ ਨਾਲ ਲੈ ਕਰਕੇ ਆਏ ਹੋ, ਨਾ ਤੇ ਮਨ ਸੁਖ ਰਖਾਈ ਫਿਰਦਾ, ਪਰ ਮਨ ਦਾ ਸੁਖ ਭੋਰਾ ਵੀ ਨਹੀਂ ਇਹਦੇ ਪਾਸ। ਚਰਨਾਂ ਤੇ ਢਹਿ ਪਏ ਭਾਈ ਮਨਸੁਖ ਜੀ। ਧੰਨ ਸਤਿਗੁਰੂ ਗੁਰਦੇਵ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਮੇਰੀ ਮਤ ਥੋੜੀ ਹੈ, ਮੈਂ ਆਪ ਜੀ ਦੇ ਉੱਤੇ ਸੰਸਾ ਤੇ ਸ਼ੰਕਾ ਕੀਤਾ। ਕਿਰਪਾਲੂ ਜੀ, ਇਹੋ ਸੁਖ ਭਾਲਣ ਵਾਸਤੇ ਆਇਆ ਹਾਂ, ਤਾਂ ਬਚਨ ਕੀਤੇ ਸੀ ਅੱਜ ਤੋਂ ਬਾਅਦ ਹੰਕਾਰ ਨਹੀਂ ਕਰਨਾ। ਪਹਿਲੇ ਬਚਨ, ਹਉਮੈ ਨਹੀਂ ਕਰਨੀ ਮਨਸੁਖ ਕਿਸੇ ਵੀ ਤਰੀਕੇ ਦੀ। ਮਹਾਰਾਜ, ਮੈਂ ਆਪ ਜੀ ਦੀ ਸੰਗਤ ਚ ਰਹਿਣਾ ਚਾਹੁੰਦਾ। ਪਿੱਛੇ ਵਪਾਰ ਹੈ, ਕੁਝ ਦਿਹਾੜੇ ਸੰਗਤ ਚ ਲਾਏ ਮਨਸੁਖ ਜੀ ਨੇ, ਗੁਰੂ ਕੀ ਬਾਣੀ ਦੇ ਸ਼ਬਦ ਲਿਖੇ ਤੇ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਅੱਜ ਆਪ ਜੀ ਤਿਆਰ ਕਰਦੇ, ਸਭ ਨਾਲੋਂ ਪਹਿਲਾਂ ਇਹਦੀ ਵਿਧੀ ਭਾਈ ਮਨਸੁਖ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਲਿਖਾਈ। ਪਰ ਬਚਨ ਕੀ ਸਨ? ਹੰਕਾਰ ਨਹੀਂ ਕਰਨਾ, ਹਉਮੈ ਨਹੀਂ ਕਰਨੀ, ਹੰਕਾਰ ਨਹੀਂ ਕਰਨਾ ਆਪਣੇ ਗੁਣਾਂ। ਮੈਂ ਬੜੇ ਚੰਗੇ ਗੁਣਾਂ ਵਾਲਾ, ਇਹ ਹੰਕਾਰ ਨਿਕਲ ਜਾਵੇ। ਮੇਰੀ ਦੇਹੀ ਬੜੀ ਸੁੰਦਰ ਹੈ, ਇਹ ਦੇਹੀ ਦੀ ਹਉਮੈ ਨਹੀਂ ਕਰਨੀ। ਮਾਇਆ ਨਾਸਵੰਤ ਹੈ, ਸਦੀਵੀ ਨਹੀਂ ਰਹਿਣ ਵਾਲੀ। ਇਹ ਤੇ ਬਾਦਸ਼ਾਹਾਂ ਦੇ ਪਾਸ ਬੱਝੀ ਨਹੀਂ ਰਹੀ, ਆਮ ਮਨੁੱਖਾਂ ਦੀ ਕੀ ਵਕਤ ਹੈ। ਇਸ ਕਰਕੇ ਇਹਦਾ ਵੀ ਕੋਈ ਹੰਕਾਰ ਨਹੀਂ ਕਰਨਾ। ਇਹ ਪਾਵਨ ਉਪਦੇਸ਼ ਅੱਜ ਦੇ ਦਿਹਾੜੇ ਵੀ ਬਖਸ਼ ਰਹੇ ਹਨ, ਜੋ ਭਾਈ ਮਨਸੁਖ ਨੂੰ ਦਿੱਤਾ। ਤੇ ਜਿਸ ਮਨਸੁਖ ਨੇ ਰਾਜੇ ਸ਼ਿਵਨਾਭ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਸ਼ਰਧਾ ਜਗਾ ਦਿੱਤੀ, ਉਸ ਕਿਰਪਾਲੂ ਸਤਿਗੁਰੂ ਸਾਹਿਬ ਜੀ ਅੱਜ ਚੌਥੇ ਜਾਮੇ ਚ ਉਪਦੇਸ਼ ਕਰਦੇ ਹਨ, ਗੁਰਸਿੱਖਾ ਨਾਮ ਜਪ ਤੇ ਨਾਮ ਨਾਲ ਬਖਸ਼ਿਸ਼ ਕੀ ਹੋਵੇਗੀ? ਅਹੰਕਾਰ ਹਉਮੈ ਤਜੈ ਮਾਇਆ। ਹੰਕਾਰ ਨਾਸ ਹੋ ਜਾਵੇਗਾ, ਹਉਮੈ ਤੋਂ ਰਹਿਤ ਹੋ ਜਾਵੇਗਾ ਤੂੰ। ਸਹਿਜ ਨਾਮ ਸਮਾਵੈ, ਸਹਿਜ ਸੁਤੇ ਹੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਚ ਸਮਾ ਜਾਓਗੇ। ਆਪ ਕਰਤਾ ਕਰੇ ਸੋਈ, ਭਾਈ ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਹਿਰਦੇ ਅੰਦਰ ਸਰਧਾ ਨੂੰ ਪੈਦਾ ਕਰਨ ਵਾਲਾ ਇੱਕ ਆਪ ਹੀ ਕਰਤਾ ਹੈ। ਆਪ ਹੀ ਹਿਰਦੇ ਘਰ ਵਿੱਚ ਬੈਠ ਕਰਕੇ ਨਾਮ ਜਪਣ ਵਾਲਾ ਹੈ। ਆਪ ਹੀ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ। ਸੰਗਤ ਵੀ ਆਪ ਬਣਾਈ, ਸੰਗਤ ਵਿੱਚ ਬੈਠ ਕਰਕੇ ਨਾਮ ਵੀ ਆਪਣਾ ਆਪ ਹੀ ਜਪਾ ਰਿਹਾ ਹੈ ਜੀ। ਆਪ ਦੇਤਾ ਪਾਈਐ, ਉਹ ਆਪ ਹੀ ਕਿਰਪਾ ਕਰੇ। ਜਦੋਂ ਆਪ ਦਾਤ ਦੇਣ ਤੇ ਆਏ ਤਾਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਨਾ। ਜੇ ਆਪ ਦੇ ਨਾਮ ਦੀ ਦਾਤ ਆਪ ਦੇਣ ਤਾਂ ਹੀ ਪ੍ਰਾਪਤ ਹੋ ਸਕਦੀ ਹੈ। ਹਰ ਜੀਉ ਕਿਰਪਾ ਕਰੇ, ਤਾ ਨਾਮ ਧਿਆਈਐ ਜੀਉ। ਫਿਰ ਇਸ ਪਦ ਦੀ ਸਮਾਪਤੀ ਤੇ ਮੋਹਰ ਲਾ ਰਹੇ ਨੇ, ਜੇ ਹਰੀ ਅਕਾਲ ਪੁਰਖ ਵਾਹਿਗੁਰੂ ਗੁਰਸਿੱਖਾ ਕਿਰਪਾ ਕਰੇ ਤਾਂ ਹੀ ਨਾਮ ਧਿਆਇਆ ਜਾਂਦਾ ਹੈ। ਜਿਹੜੇ ਨਿਤਨੇਮੀ ਪ੍ਰੇਮੀ ਹਨ ਉਹ ਜਾਣਦੇ ਨੇ, ਜਿਸ ਦਿਨ ਚਿੱਤ ਦੇ ਵਿੱਚ ਭੋਰਾ ਜਿੰਨੀ ਵੀ ਹੰਗਤਾ, ਇਹ ਨਹੀਂ ਕਿ ਮੈਂ ਕਰਦਾ, ਜੇ ਇੰਨੀ ਵੀ ਆ ਜਾਵੇ ਨਾ ਕਿ ਅੱਜ ਇੰਨੇ ਤੋਂ ਇੰਨੇ ਵਜੇ ਤੱਕ ਨਿਤਨੇਮ ਮੁਕਾ ਲੈਣਾ, ਤਾਂ ਵੀ ਨਹੀਂ ਹੁੰਦਾ। ਜੇ ਇਹ ਆ ਜਾਵੇ ਕਿ ਅੱਜ ਤੋਂ ਇੰਨਾ ਨਿਤਨੇਮ ਵਧਾ ਲੈਣਾ ਹੈ, ਤਾਂ ਵੀ ਪਹਿਲਾਂ ਵੀ ਘਟ ਜਾਂਦਾ। ਇਸ ਕਰਕੇ ਗੁਰਦੇਵ ਜੀ ਹਰ ਰੋਜ਼ ਜਣਾਉਂਦੇ ਹਨ, ਜੇ ਭਾਈ ਹਰੀ ਕਿਰਪਾ ਕਰੇ ਤਾਂ ਹੀ ਨਾਮ ਧਿਆਇਆ ਜਾ ਸਕਦਾ ਹੈ। ਅੰਦਰ ਸਾਚਾ ਨੇਹੋ, ਸੋ ਹੁਣ ਦੂਸਰੇ ਸ਼ਬਦ ਦੁਆਰਾ ਬਖਸ਼ਿਸ਼ ਕਰਦੇ ਨੇ ਮਹਾਰਾਜ, ਜਿਹੜੇ ਨਾਮ ਧਿਆਉਣ ਵਾਲੇ ਉਹਨਾਂ ਤੇ ਹੋਰ ਕੀ ਬਖਸ਼ਿਸ਼ ਹੋਵੇਗੀ? ਕਹਿੰਦੇ ਉਹਨਾਂ ਦਾ ਅੰਦਰੋਂ ਸੱਚਾ ਨੇਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਲੱਗ ਜਾਵੇਗਾ। ਪੂਰੇ ਸਤਿਗੁਰ ਜੀਓ, ਕਿਹਾ ਜੀ ਪੂਰੇ ਸਤਿਗੁਰੂ ਸਾਹਿਬ ਜੀ ਦੇ ਨਾਲ, ਪੂਰੇ ਸਤਿਗੁਰੂ ਕਲਗੀਧਰ ਪ੍ਰੀਤਮ ਜੀ ਦੇ ਨਾਲ ਪੂਰਾ ਸੱਚਾ ਨੇਹ ਲੱਗਾ ਹੋਇਆ। ਅੰਦਰ ਦਾ ਨੇਹ ਕੈਸਾ ਹੈ? ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ
ਜਿਸ ਸਮੇਂ ਅਜੇ ਜਥੇ ਦੇ ਵਿਦਿਆਰਥੀ ਸਿੰਘ ਹਨ, ਸੋ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਨੇ ਬਚਨ ਕੀਤੇ। ਕਹਿਣ ਲੱਗੇ, ਸਿੰਘੋ, ਸ੍ਰੀ ਹਜੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਨਾਮ ਅਭਿਆਸ ਕਰਨ ਦਾ ਬੜਾ ਵੱਡਾ ਫਲ ਹੈ। ਕਿਹੜੇ ਸਿੰਘ ਨੇ ਜਿਹੜੇ ਇੱਥੇ ਬੰਦਗੀ ਕਰਨਗੇ? ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਮਹਾਂਪੁਰਖ, ਸ਼ਹੀਦ ਭਾਈ ਗੁਰਦੇਵ ਸਿੰਘ ਜੀ ਅਸਮਾਨ ਵਾਲਾ, ਗੁਰਮੁਖਾਂ ਸਮੇਤ 5 ਸਿੰਘਾਂ ਨੇ ਉਸ ਸਮੇਂ ਆਖਿਆ ਅਸੀਂ ਇੱਥੇ ਰਹਿ ਕੇ ਬੰਦਗੀ ਕਰਾਂਗੇ। ਮਹਾਰਾਜ ਜੀ ਦੀ ਬੰਦਗੀ ਭਗਤੀ ਕਰਦੇ ਹਾਂ। ਜਿਹੜਾ ਮਾਤਾ ਸਾਹਿਬ ਜੀ ਵਾਲਾ ਅਸਥਾਨ ਹੈ, ਮਾਤਾ ਸਾਹਿਬ ਕੌਰ ਜੀ ਵਾਲੇ ਅਸਥਾਨ ਦੇ ਉੱਤੇ ਭੋਰੇ ਦੇ ਵਿੱਚ ਬੈਠਿਆਂ ਬੰਦਗੀ ਭਗਤੀ ਕਰ ਰਹੇ ਸਨ ਤੇ ਬੜਾ ਜਲਾਲ ਵਿੱਚ ਮਹਾਂਪੁਰਖਾਂ ਦਾ ਚਿਹਰਾ, ਤੇ ਭਾਈ ਗੁਰਦੇਵ ਸਿੰਘ ਅਸਮਾਨ ਵਾਲੇ ਨੇ ਮਹਾਂਪੁਰਖਾਂ ਦੀ ਬਾਂਹ ਹਿਲਾ ਕੇ ਪੁੱਛ ਲਿਆ। ਕਹਿਣ ਲੱਗੇ, ਭਾਈ ਜਰਨੈਲ ਸਿੰਘ ਅਭਿਆਸੀ ਜੀ ਮਹਾਂਪੁਰਖਾਂ ਨੂੰ ਕਹਿੰਦੇ ਸਨ, ਅਭਿਆਸੀ ਜੀ ਸਮਾਂ ਕੀ ਹੋਇਆ? ਤੇ ਉਸ ਸਮੇਂ ਸਿੰਘਾਂ 'ਚ ਇੱਕ ਮਰਿਆਦਾ ਸੀ। ਹੁਣ ਤੇ ਸਾਡਾ ਲਾਣਾ ਵੀ ਲਾਈ ਫਿਰਦਾ ਗੁੱਟਾਂ ਤੇ ਘੜੀਆਂ। ਉਦੋਂ ਸਿੰਘ ਘੜੀ ਜਿਹੜੀ ਸੀ ਜੇਬ 'ਚ ਹੀ ਰੱਖਦੇ ਸਨ ਕਿ ਘੜੀ ਝੂਠੀ ਹੈ, ਇਹਨੂੰ ਧੋਤਾ, ਪਾਣੀ ਨਾਲ ਹੱਥ ਧੋਤੇ ਤੇ ਇਹਦੀਆਂ ਗੰਦੀਆਂ ਬੂੰਦਾਂ ਕਿਤੇ ਪੋਥੀਆਂ ਤੇ ਨਾ ਪੈਣ। ਤੇ ਉਹ ਜੇਬ 'ਚ ਪਾਈ ਹੋਈ ਘੜੀ ਮਹਾਂਪੁਰਖਾਂ ਨੇ ਕਹਿੰਦੇ ਕੱਢ ਕੇ ਵਗਾ ਕੇ ਪਰਾਂ ਮਾਰੀ। ਅੱਖਾਂ 'ਚ ਬੜੀ ਜ਼ਿਆਦਾ ਲਾਲੀ। ਸਿੰਘ ਨਾਲ ਦੇ ਘਬਰਾ ਗਏ ਕਿ ਪਤਾ ਨਹੀਂ ਕੀ ਗੱਲ ਹੋਈ। ਚੁੱਪ ਕੀਤੇ ਰਹੇ। ਭਾਈ ਗੁਰਦੇਵ ਸਿੰਘ ਅਸਮਾਨ ਵਾਲਾ ਜੋ ਸਿੰਘਾਂ ਨੂੰ ਬਚਨ ਦੱਸੇ, ਕਹਿਣ ਲੱਗੇ, ਮੈਂ 2 ਦਿਨ ਮਹਾਂਪੁਰਖਾਂ ਦੇ ਮੱਥੇ ਹੀ ਨਹੀਂ ਲੱਗਾ। 2 ਦਿਨਾਂ ਬਾਅਦ ਪੁੱਛਿਆ, ਕਾਰਨ ਕੀ? ਕਹਿੰਦੇ, ਮਾਤਾ ਜੀ ਨੇ ਕਿਰਪਾ ਕੀਤੀ ਸੀ, ਮਾਤਾ ਜੀ ਨੇ ਦੀਦਾਰ ਬਖਸ਼ੇ ਤੇ ਮਾਤਾ ਜੀ ਨੂੰ ਬੇਨਤੀ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਿਤਾ ਸਤਿਗੁਰੂ ਸਾਹਿਬ ਜੀ ਦੇ ਦੀਦਾਰ ਹੋਏ। ਤੇ ਮੈਂ ਬੇਨਤੀ ਕਰ ਰਿਹਾ ਸਾਂ ਗੁਰਦੇਵ ਸਿਆਂ, ਮਹਾਰਾਜ ਇਹਨਾਂ ਨਾਲ ਦੇ ਸਿੰਘਾਂ ਨੂੰ ਵੀ ਦਰਸ਼ਨ ਦੀਦਾਰੇ ਬਖਸ਼ ਦੇਵੋ। ਸਤਿਗੁਰੂ ਸਾਹਿਬ ਜੀ ਮੰਨ ਜਾਂਦੇ ਖਬਰੇ, ਪਰ ਜੋ ਮਹਾਰਾਜ ਜੀ ਨੂੰ ਭਾਉਂਦਾ ਉਹੋ ਹੀ ਹੋਣਾ। ਤੁਸੀਂ ਇੰਨੇ ਚਿਰ ਨੂੰ ਸਮਾਂ ਪੁੱਛ ਲਓ। ਉਹ ਐਸੇ ਹਨ, ਅੰਦਰੋਂ ਭਾਈ ਸੱਚਾ ਨੇ ਸਤਿਗੁਰੂ ਸਾਹਿਬ ਜੀ ਦੇ ਨਾਲ ਲੱਗਾ ਹੋਇਆ। ਐਸੇ ਦਿਆਲੂ ਵੀ ਹਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਦੂਸਰਿਆਂ ਦਾ ਵੀ ਭਲਾ ਕਰਾਉਣਾ ਚਾਹੁੰਦੇ ਹਨ। ਐਸਾ ਭਾਈ ਉਹਨਾਂ ਦਾ ਨੇਹ ਲੱਗਾ ਹੋਇਆ ਹੈ। ਸਤਿਗੁਰੂ ਸਾਹਿਬ ਜੀ ਵੀ ਉਹਨਾਂ ਨੂੰ ਆਪਣੇ ਪਾਵਨ ਦੀਦਾਰ ਬਖਸ਼ ਕਰਕੇ ਜਿੱਥੇ ਵੀ ਉਹ ਹੁੰਦੇ ਨੇ ਉੱਥੇ ਹੀ ਖੜੇ ਦਿਸਦੇ ਹਨ ਜੀ। ਹਉ ਤਿਸ ਸੇਵੀ ਦਿਨ ਰਾਤ। ਸੋ ਮਹਾਰਾਜ ਕਹਿੰਦੇ, ਭਾਈ ਅਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਐਸਾ ਹੈ ਦਿਨ ਪਰ ਰਾਤ ਸਿਮਰਦੇ ਹਾਂ। ਮੈਂ ਕਦੇ ਨਾ ਵਿਸਰੈ ਜੀਓ। ਬੇਨਤੀ ਕਰੀਏ ਗੁਰਦੇਵ, ਐਸੇ ਸਤਿਗੁਰੂ ਸਾਨੂੰ ਕਦੀ ਭੁੱਲਣ ਨਾ, ਕਦੀ ਵਿਸਰਨਾ। ਕਦੇ ਨਾ ਵਿਸਾਰੀ ਆਨ ਦਿਨ ਸਮਾਰੀ। ਮਹਾਰਾਜ ਕਦੀ ਵਾਸਤੇ ਨਾ ਵਿਸਰਿਆ ਜੇ। ਆਪ ਜੀ ਕਿਰਪਾ ਕਰੋ, ਅਨ ਦਿਨ ਪਰ ਰਾਤ ਆਪ ਜੀ ਦੇ ਪਾਵਨ ਨਾਮ ਨੂੰ ਰਸਨਾ ਦੁਆਰਾ ਜਪਦੇ ਰਹੀਏ। ਜਾ ਨਾਮ ਲਈ ਤਾ ਜੀਵਾ। ਕਾਰਨ ਕੀ ਗੁਰਸਿੱਖਾ, ਇੰਨੀ ਕਿਉਂ ਤੂੰ ਖਿੱਚ ਕਰਦਾ ਹੈ? ਕਾਰਨ ਕੀ? ਜੇ ਗੁਰਦੇਵ ਪੁੱਛ ਲੈਣ ਤਾਂ ਬੇਨਤੀ ਕਰੀਏ, ਮਹਾਰਾਜ ਤੇਰਾ ਨਾਮ ਲੈਂਦੇ ਰਹੀਏ ਤੇ ਤਾਂ ਹੀ ਜੀਂਦਿਆਂ ਚ ਹਾਂ। ਜਿਸ ਦਿਨ ਆਪ ਜੀ ਦੇ ਨਾਮ ਤੋਂ ਟੁੱਟ ਗਏ, ਜਿਸ ਦਿਨ ਆਪ ਜੀ ਦੀ ਸਿੱਖੀ ਤੋਂ ਟੁੱਟ ਗਏ ਕਿਰਪਾਲੂ ਸਤਿਗੁਰੂ ਸਾਹਿਬ ਜੀ, ਦੇਹਾਂ ਤੇ ਤੁਰੀਆਂ ਫਿਰਦੀਆਂ ਹੋਣਗੀਆਂ, ਪਰ ਉਸ ਦਿਨ ਜੀਂਦਿਆਂ ਚ ਨਹੀਂ ਹੋਵਾਂਗੇ, ਮੁਰਦਿਆਂ ਚ ਹੋਵਾਂਗੇ। ਕਿਉਂ? ਤੇ ਕਰ ਮਰਹਠ ਸਾਰਖੇ, ਭੂਤ ਬਸੇ ਤਿਨ ਮਾਹੇ। ਕਿੱਥੇ ਜੀ? ਜਿਹ ਕੁਲ ਸਾਧ ਨਾ ਸੇਵਈ, ਹਰ ਕੀ ਪੂਜਾ ਨਾਹੀ। ਉਹ ਘਰ ਮੜੀਆਂ ਵਰਗੇ ਹੋ ਜਾਂਦੇ। ਮਹਾਰਾਜ ਇਹ ਦੇਹੀ ਉਸ ਦਿਨ ਮੁਰਦੇ ਤੇ ਨਿਆਈ ਹੋ ਜਾਵੇਗੀ ਜਿਸ ਦਿਨ ਆਪ ਜੀ ਦਾ ਨਾਮ ਭੁੱਲ ਗਿਆ ਜੀ। ਸ਼੍ਰੋਮਣੀ ਸੁਣੀ ਤਾਂ ਇਹੋ ਮਨ ਤ੍ਰਿਪਤ। ਕੀ ਅਵਸਥਾ ਹੈ ਗੁਰਸਿੱਖ ਗੁਰਮੁਖਾਂ ਦੀ ਜਿਹੜੇ ਗੁਰੂ ਕੀ ਕਿਰਪਾ ਦੁਆਰਾ ਨਾਮ ਧਿਆਰੇ ਹਨ। ਭਾਈ ਉਹ ਰੱਜਦੇ ਕਿਵੇਂ ਨੇ? ਜੇ ਸਰਵਣ ਦੁਆਰਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਸੁਣਦੇ ਨੇ। ਜੇ ਸਰਵਣਾ ਦੁਆਰਾ, ਇਹਨਾਂ ਕੰਨਾਂ ਦੁਆਰਾ ਗੰਦੇ ਗੀਤ ਗਾਣੇ, ਸੋ ਇਸੇ ਤਰੀਕੇ ਦੇ ਨਾਲ ਚੁਗਲੀ ਨਿੰਦਿਆ ਨਹੀਂ ਸੁਣਦੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ। ਪਰਮੇਸ਼ਰ ਵਾਹਿਗੁਰੂ ਦਾ ਨਾਮ ਸੁਣਦੇ ਨੇ ਕੰਨਾਂ ਦੇ ਨਾਲ। ਕਿਹੋ ਜਿਹਾ ਅਭਿਆਸ ਬਣਿਆ ਹੋਇਆ ਹੈ। ਇਹੋ ਜਿਹੇ ਗੁਰਮੁਖ ਪਿਆਰੇ ਤੁਹਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਿਲ ਜਾਣਗੇ। ਰਸਨਾ ਦੁਆਰਾ ਸਤਿਗੁਰੂ ਸਾਹਿਬ ਜੀ ਦਾ ਪਾਵਨ ਨਿਤਨੇਮ ਕਰ ਰਹੇ ਨੇ ਤੇ ਕੰਨਾਂ ਦੁਆਰਾ ਕੀਰਤਨ ਵੀ ਸੁਣੀ ਜਾਂਦੇ ਨੇ। ਤੇ ਕਈ ਮੇਰੇ ਵਰਗੇ ਉਹ ਨਾਲ ਵੇਖ ਕੇ ਅਲਰਜੀ ਕਰੀ ਜਾਂਦੇ, ਜੀ ਇਹ ਦੋਵੇਂ ਕੰਮ ਕਿਵੇਂ ਕਰ ਸਕਦੇ? ਭਾਈ ਕੰਨਾਂ ਦੁਆਰਾ ਤ੍ਰਿਪਤ ਹੋ ਰਹੇ ਨੇ, ਰੱਜ ਰਹੇ ਹਨ। ਰਸਨਾ ਨੂੰ ਇੱਕ ਖਿਣ ਭਰ ਵੀ ਉਹ ਚੈਨ ਨਹੀਂ ਦਿੰਦੇ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ ਲੈ, ਪਤਾ ਨਹੀਂ ਅਗਲਾ ਸਾਹ ਆਉਣਾ ਤੇ ਨਹੀਂ ਆਉਣਾ। ਹੱਥਾਂ ਨਾਲ ਗੁਰੂ ਕੇ ਪਾਵਨ ਗੁੜਕੇ ਸਾਹਿਬ ਹੱਥਾਂ 'ਚ ਫੜੇ ਹੋਏ ਹਨ।
ਇਹ ਪਾਵਨ ਚਰਨਾਂ ਨਾਲ ਚੌਂਕੜਾ ਮਾਰ ਕੇ ਇਹਨਾਂ ਨੂੰ ਵੀ ਸੇਵਾ ਚਲਾਇਆ ਹੈ। ਅੱਖਾਂ ਦੁਆਰਾ ਗੁਰੂ ਕੇ ਦੀਦਾਰ ਕਰ ਰਹੇ ਹਨ। ਇਹ ਉਹਨਾਂ ਦੀ ਅਵਸਥਾ ਹੈ। ਉਹ ਸਰਵਣ ਕਰਕੇ ਤ੍ਰਿਪਤ ਹੁੰਦੇ ਹਨ, ਰੱਜਦੇ ਹਨ ਜੀ। ਉਹਨਾਂ ਦੀ ਖੁਰਾਕ ਹੀ ਇਹੋ ਹੈ ਜੀ। ਗੁਰਮੁਖ ਅੰਮ੍ਰਿਤ ਪੀਵਾ। ਮਹਾਰਾਜ ਕੀ ਪੀਂਦੇ ਨੇ ਕੰਨਾਂ ਦੁਆਰਾ, ਕੀ ਛਕ ਲਿਆ? ਕਹਿੰਦੇ ਅੰਮ੍ਰਿਤਮਈ ਬਾਣੀ ਜਦੋਂ ਕੰਨਾਂ ਦੁਆਰਾ ਪੀਤੀ, ਇਹ ਅੰਮ੍ਰਿਤ ਛਕਿਆ ਹੈ ਕੰਨਾਂ ਦੁਆਰਾ ਵੀ। ਨਦਰ ਕਰੇ ਤਾਂ ਸਤਿਗੁਰ ਮੇਲੇ। ਜੇ ਭਾਈ ਸਤਿਗੁਰੂ ਸਾਹਿਬ ਜੀ ਪਾਵਨ ਨਦਰ ਕਰ ਦੇਣ ਤੇ ਉਹਨਾਂ ਨੂੰ ਆਪਣੇ ਵਿੱਚ ਮਿਲਾ ਲਿਆ ਹੈ, ਕਿਰਪਾ ਕਰਕੇ ਆਪਣੇ ਵਿੱਚ ਹੀ ਸਮਾ ਲਏ ਹਨ। ਆਨ ਦਿਨ ਵਿਵੇਕ ਬੁੱਧ ਵਿਚਰੈ। ਕਹਿੰਦੇ ਅਣਦੇਣੀ ਦਿਨ ਪਰ ਰਾਤ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਵਿਵੇਕ ਬੁੱਧੀ ਵਿੱਚ। ਵਿਵੇਕ ਬੁੱਧੀ ਕੀ ਹੈ? ਔਗਣਾਂ ਦਾ ਨਾਸ ਕਰਨਾ, ਵਕਾਰਾਂ ਨੂੰ ਪਾਸੇ ਕਰਕੇ ਜੋ ਸਤਿਗੁਰੂ ਸਾਹਿਬ ਜੀ ਦੀ ਨਾਮ ਬਾਣੀ ਦਾ ਗਿਆਨ ਹੈ, ਇਸ ਨੂੰ ਗ੍ਰਹਿਣ ਕਰਨਾ, ਇਸ ਵਿਵੇਕ ਬੁੱਧੀ ਵਿੱਚ ਫਿਰ ਰਹੇ ਹਨ। ਉਹ ਐਸੇ ਵਿਵੇਕੀ ਹਨ, ਉਹਨਾਂ ਨੇ ਵਕਾਰ ਚਿੱਤ ਚੋਂ ਪਾਸੇ ਕਰ ਦਿੱਤੇ ਨੇ। ਉਹਨਾਂ ਨੇ ਭਾਈ ਨਾਮ ਰੂਪੀ ਕੰਘਾ ਕੀਤਾ ਮਨ ਰੂਪੀ ਕੇਸਾਂ ਦੇ ਵਿੱਚ। ਕੰਘਾ ਆਪਾਂ ਵੀ ਕਰਦੇ ਹਾਂ, ਜਿਵੇਂ ਕੇਸ ਕੰਘਾ ਸਾਨੂੰ ਰੋਜ਼ ਹੀ ਇਹੋ ਦੱਸਦਾ ਹੈ ਕਿ ਜਿਹੜੇ ਵਾਧੂ ਕੇਸ ਸਨ, ਉਹ ਭਾਈ ਜਿਹੜੇ ਗੁੰਝਲਾਂ ਪਾਉਣ ਵਾਲੇ ਸਨ, ਜਿਹੜੇ ਅਲਝਾਉਣ ਵਾਲੇ ਸਨ, ਵੇਖ ਮੈਂ ਬਾਹਰ ਕੱਢ ਦਿੱਤੇ ਤੇ ਜੂੜਾ ਹੋ ਗਿਆ। ਜੇ ਭਗਤੀ ਰੂਪੀ ਜੂੜਾ ਕਰਨਾ ਚਾਹੁੰਦਾ ਹੈ, ਨਾਮ ਰੂਪੀ ਕੰਘਾ ਫੜ ਕੇ ਜਿਹੜੇ ਉਲਝਣਾ ਪਾਉਣ ਵਾਲੇ ਵਕਾਰ ਨੇ ਨਾ, ਇਹਨਾਂ ਨੂੰ ਬਾਹਰ ਕੱਢ ਕੇ ਰੱਖ ਦੇ, ਫਿਰ ਭਾਈ ਭਗਤੀ ਰੂਪੀ ਜੂੜਾ ਹਿਰਦੇ ਰੂਪੀ ਸਿਰ ਦੇ ਉੱਤੇ ਹੋ ਜਾਵੇਗਾ। ਫਿਰ ਪਰਮੇਸ਼ਰ ਵਾਹਿਗੁਰੂ ਇਸ ਬੁੱਧੀ ਵਿੱਚ ਆਣ ਕਰਕੇ ਵਾਸਾ ਕਰ ਲਵੇਗਾ। ਇਹ ਉਹਨਾਂ ਦੀ ਵਿਵੇਕ ਬੁੱਧੀ ਹੈ ਜੀ। ਅੰਦਰ ਸਾਚਾ ਨੇਹੋ। ਉਹਨਾਂ ਦਾ ਭਾਈ ਅੰਦਰੋਂ ਹਿਰਦੇ ਕਰਕੇ ਸੱਚਾ ਨੇਹ ਹੈ। ਕਿਹਦੇ ਨਾਲ? ਪੂਰੇ ਸਤਿਗੁਰੈ। ਪੂਰਨ ਸਤਿਗੁਰੂ ਸਾਹਿਬ ਜੀ ਦੇ ਨਾਲ ਨੇਹ ਲੱਗਾ ਹੋਇਆ ਹੈ। ਸਤ ਸੰਗਤ ਮਿਲੈ ਵਡ ਭਾਗ। ਮਹਾਰਾਜ ਇਹ ਬਖਸ਼ਿਸ਼ ਕਿੱਥੋਂ ਹੁੰਦੀ ਹੈ? ਨਾਮ ਦੀ ਦਾਤ। ਫਿਰ ਮਹਾਰਾਜ ਅੰਦਰੋਂ ਨੇਹ ਕਿੱਥੋਂ ਲੱਗੇਗਾ? ਮਹਾਰਾਜ ਕਹਿੰਦੇ ਭਾਈ ਸਤ ਸੰਗਤ ਮਿਲਿਆ ਵਡ ਭਾਗ। ਜੇ ਵੱਡੇ ਭਾਗ ਹੋਣ ਤੇ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਜੀ। ਤਾਂ ਹਰ ਰਸ ਆਵਾਏ ਜੀਓ। ਤਾਂ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਰਸ ਆਉਂਦਾ ਹੈ, ਤਾਂ ਨਾਮ ਦਾ ਰਸ ਆਉਂਦਾ ਹੈ ਜੇ ਸਤ ਸੰਗਤ ਮਿਲ ਜਾਵੇ। ਸਤ ਸੰਗਤ ਕਿਹੜੀ ਹੈ? ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਖਾਣੀਐ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਜਿੱਥੇ ਇੱਕ ਨਾਮ ਦੀ ਚਰਚਾ, ਇੱਕ ਨਾਮ ਦੀ ਵਿਚਾਰ ਹੋਵੇ, ਜਿੱਥੇ ਅਦਵੈਤ ਪਰਮੇਸ਼ਰ ਵਾਹਿਗੁਰੂ ਦੇ, ਦਵੈਤ ਨਹੀਂ, ਦੁਮਪੁਣਾ ਨਹੀਂ, ਦਵੈਤ ਨਹੀਂ ਹੈ, ਦੋਹਰੀ ਵਿਚਾਰ ਨਹੀਂ, ਜਿੱਥੇ ਅਦਵੈਤ ਅਕਾਲ ਪੁਰਖ ਵਾਹਿਗੁਰੂ ਜਿਹੜਾ ਦਵੈਤ ਤੋਂ ਰਹਿਤ ਹੈ, ਉਹਦੇ ਇੱਕ ਨਾਮ ਦੀ ਵਿਚਾਰ ਜਿੱਥੇ ਹੋ ਰਹੀ ਹੈ, ਉਸ ਘਰ ਦੇ ਵਿੱਚ ਬੈਠ ਕਰਕੇ, ਉਸ ਸੰਗਤ ਵਿੱਚ ਬੈਠ ਕਰਕੇ ਜਿਹੜਾ ਇਹ ਕਵੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਆਲਾਏ। ਭਾਈ ਜਿੱਥੇ ਜਿਹੜਾ ਮਰਜੀ ਜਪੀ ਜਾਵੇ ਹੈ ਪਰਮੇਸ਼ਰ ਵਾਹਿਗੁਰੂ ਦਾ ਨਾਮ, ਪਾਂਦੀ ਇੱਕੇ ਰਾਹ ਦੇ ਨੇ। ਉਹ ਜਿਹੜੀ ਸਤ ਸੰਗਤ ਹੈ ਉਹ ਵੱਡਿਆਂ ਭਾਗਾਂ ਦੁਆਰਾ ਪ੍ਰਾਪਤ ਹੋਈ ਜੀ। ਆਨ ਦਿਨ ਰਹਿ ਲਿਵ ਲਾਏ। ਕਹਿੰਦੇ ਭਾਈ ਉਹ ਸੰਗਤ ਦੁਆਰਾ ਅਣ ਦਿਨ ਦਿਨ ਪਰ ਰਾਤ ਫਿਰ ਲਿਵ ਲੱਗੀ ਰਹਿੰਦੀ ਹੈ ਜੀ। ਤਾਂ ਸਹਿਜ ਸਮਾਵਾਏ ਜੀਓ। ਤਾਂ ਉਹ ਸੁਤੇ ਸਹਿਜ ਅਵਸਥਾ ਵਿੱਚ ਸਮਾ ਗਏ ਹਨ। ਸਹਿਜ ਸਮਾਵੈ ਤਾਂ ਹਰ ਮਨ ਭਾਵੈ। ਕਹਿੰਦੇ ਭਾਈ ਸਹਿਜ ਤਾਂ ਸਹਿਜ ਅਵਸਥਾ 'ਚ ਸਮਾਏ ਨੇ, ਹਰੀ ਪਰਮੇਸ਼ਰ ਵਾਹਿਗੁਰੂ ਦੇ ਮਨ ਨੂੰ ਭਾ ਗਏ ਨੇ, ਅਥਵਾ ਉਹਨਾਂ ਦੇ ਮਨ ਨੂੰ ਪਰਮੇਸ਼ਰ ਵਾਹਿਗੁਰੂ ਦਾ ਨਾਮ ਚੰਗਾ ਲੱਗ ਗਿਆ ਜੇ। ਸਦਾ ਅਤੀਤ ਬੈਰਾਗੀ। ਸਾਰਿਆਂ ਤੋਂ ਅਤੀਤ ਵੱਖਰੇ ਹੋ ਗਏ ਨੇ। ਜਿਹਨੂੰ ਗੁਰਦੇਵ ਜੀ ਨੇ ਕਿਹਾ ਸੀ, ਜਬ ਲਗ ਖਾਲਸਾ ਹੈ ਅੰਧਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਅਤੀਤ ਵੱਖਰੇ ਹੋ ਗਏ ਨੇ, ਬੈਰਾਗ ਧਾਰਨ ਕਰ ਲਿਆ ਹੈ ਮਾਇਆ ਪਦਾਰਥਾਂ ਤੋਂ। ਹਲਤ ਪਲਤ ਸੋਭਾ ਜਗ ਅੰਤਰ। ਤੇ ਮਹਾਰਾਜ ਜਦੋਂ ਵੱਖਰੇ ਜੇ ਹੋ ਕੇ ਬੈਠ ਗਏ, ਫਿਰ ਉਹਨਾਂ ਦੀ ਕੋਈ ਵਡਿਆਈ ਕਰਦਾ। ਕਹਿੰਦੇ ਹਲਤ ਪਲਤ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ, ਦੋਵਾਂ ਥਾਵਾਂ ਤੇ ਉਹਨਾਂ ਦੀ ਸੋਭਾ ਹੈ ਜੀ। ਰਾਮ ਨਾਮ ਲਿਵ ਲਾਗੀ। ਕਿਉਂ ਜੀ? ਕਹਿੰਦੇ ਉਹਨਾਂ ਦੀ ਭਾਈ ਰਾਮ ਨਾਮ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਲਿਵ ਲੱਗੀ ਹੋਈ ਹੈ, ਨਾਮੀ ਪਰਮੇਸ਼ਰ ਨਾਲ ਜੁੜੇ ਹੋਏ ਹਨ। ਹਰਖ ਸੋਗ ਦੁਹਾ ਤੇ ਮੁਕਤਾ। ਭਾਈ ਉਹ ਹਰਖ ਖੁਸ਼ੀ ਤੋਂ ਵੀ ਮੁਕਤ ਹੈ। ਖੁਸ਼ੀ ਵਿੱਚ ਚਾਂਬਲੇ ਨਹੀਂ ਫਿਰਦੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਸੋਗ ਵਿੱਚ ਵਰਲਾਪ ਨਹੀਂ ਕਰਦੇ। ਜਿਹੜੀ ਖੁਸ਼ੀ ਵਿੱਚ ਅਰਦਾਸ ਕਰਕੇ ਪੈਂਦੇ ਨੇ, ਉਹੋ ਹੀ ਅਰਦਾਸ ਹਵਾ ਮਨ ਦਾ ਪੀਸਣਾ ਪੀਸ ਕੇ ਵੀ ਗੁਰੂ ਘਰ ਦੇ ਪ੍ਰੇਮਣ ਮਾਈਆਂ ਕਰਕੇ ਸੌਂਦੀਆਂ। ਹਰਖ ਸੋਗ ਤੋਂ ਕਿਵੇਂ ਮੁਕਤੇ ਨੇ?
ਜਿਸ ਦਿਨ ਚੰਗੇ ਆਸਣਾ ਤੇ ਸੁਭਾਈਮਾਨ ਸਨ, ਉਸ ਦਿਨ ਵੀ ਰਾਤ ਨੂੰ ਸੌਣ ਲੱਗਿਆ ਇਹੋ ਹੀ ਅਰਦਾਸ ਕੀਤੀ, ਕਲਗੀਧਰ ਪਿਤਾ ਜੀ 4 ਪਹਿਰ ਦਿਨ ਤੇਰੇ ਭਾਣੇ ਅੰਦਰ ਸੁਖਾਂ ਸਹਿਤ ਬਤੀਤ ਹੋਇਆ। 4 ਪਹਿਰ ਰਹਿਣ ਆਈ ਹੈ, ਆਪਣੇ ਭਾਣੇ ਅੰਦਰ ਬਤੀਤ ਕਰਵਾਇਆ ਜੇ ਸੁਖਾਂ ਸਹਿਤ। ਤੇ ਗੁਰੂ ਕੇ ਪਿਆਰੇ, ਜਿਸ ਦਿਨ ਭਾਈ 1.25 ਮਣ ਦਾ ਪੀਸਣਾ ਪੀਸਿਆ, ਬੱਚੇ ਟੋਟੇ ਕਰਕੇ ਗਲਾਂ 'ਚ ਹਾਰ ਪਾ ਦਿੱਤੇ ਗਏ, ਉਸ ਦਿਨ ਵੀ ਉਸ ਮਾਤਾ ਨੇ ਇਹੋ ਹੀ ਅਰਦਾਸ ਕੀਤੀ, ਕਲਗੀਧਰ ਪਿਤਾ ਜੀ ਆਪ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਆਪ ਜੀ ਦੇ ਭਾਣੇ ਅੰਦਰ 4 ਪਹਿਰ ਦਿਨ ਸੁਖਾਂ ਸਹਿਤ ਬਤੀਤ ਹੋਇਆ ਹੈ। ਗੁਰਦੇਵ ਅੱਜ ਮੇਰੀ ਕੁੱਖ ਵੀ ਸਫਲੀ ਹੋ ਗਈ, ਤੇਰੀ ਕਿਰਪਾ ਸਦਕਾ ਮੇਰੀ ਕੁੱਖ ਸਿੱਖੀ ਦੇ ਲੇਖੇ ਲੱਗ ਗਈ, ਕਿਰਪਾ ਕਰੀ 4 ਪਹਿਰ ਰਹਿਣ ਆਈ, ਆਪਣੇ ਭਾਣੇ ਅੰਦਰ ਬਤੀਤ ਕਰਵਾ ਦੇ। ਉਹ ਹਰਖ ਤੇ ਸੋਗ ਦੋਹਾਂ ਤੋਂ ਮੁਕਤੇ ਨੇ, ਦੋਹਾਂ ਤੋਂ ਪਰੇ ਹੋ ਚੁੱਕੇ ਹਨ। ਜੋ ਪ੍ਰਭ ਕਰੇ ਸੋ ਭਾਵੇ। ਕਿਉਂ ਜੀ? ਉਹਨਾਂ ਨੂੰ ਇੰਨੀ ਖੁਸ਼ੀ ਕਿਉਂ? ਕਹਿੰਦੇ ਉਹ ਮੰਨ ਗਏ ਨੇ ਜੋ ਪਰਮੇਸ਼ਰ ਕਰੇਗਾ ਚੰਗਾ ਹੋਵੇਗਾ, ਜੋ ਪਰਮੇਸ਼ਰ ਕਰਦਾ ਉਹਨਾਂ ਨੂੰ ਭਾਉਂਦਾ ਹੈ ਜੇ। ਸਤ ਸੰਗਤ ਮਿਲੈ ਵਡ ਭਾਗ। ਭਾਈ ਸਤ ਸੰਗਤ ਵੱਡਿਆਂ ਭਾਗਾਂ ਦੁਆਰਾ ਪ੍ਰਾਪਤ ਹੁੰਦੀ ਹੈ। ਤਾ ਹਰ ਰਸ ਆਵਾਏ ਜੀਓ। ਇਹ ਮੋਹਰ ਲਾ ਦਿੱਤੀ ਹੁਣ ਇਸ ਪਦ ਦੀ ਸਮਾਪਤੀ ਤੇ ਵੀ ਕਿ ਭਾਈ ਤਾਂ ਹੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਆਵੇਗਾ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜੀਓ। ਮਹਾਰਾਜ ਜੀ ਜੇ ਭਲਾ ਅਸੀਂ ਨਾ ਹੀ ਮੰਨੀਏ, ਜਿਹੜੇ ਨਹੀਂ ਮੰਨਦੇ ਉਹ ਬੜੇ ਨਜ਼ਾਰੇ 'ਚ ਨੇ, ਆਮ ਹੀ ਆਪਾਂ ਕਹਿ ਦਿੰਦੇ। ਜਿਹੜਾ ਭਾਈ ਨਾਮ ਨਹੀਂ ਜਪਦਾ, ਚੋਰਾਂ ਕੋਲ ਆ ਜਿਹੜੇ ਠੱਗ ਬਣੇ ਨੇ ਵੱਡੇ ਵੱਡੇ, ਆ ਵੱਡੇ ਵੱਡੇ ਸਿਆਸੀ ਲੀਡਰਾਂ ਕੋਲ ਬਹੁਤੀ ਮਾਇਆ, ਉਹ ਕਿਹੜਾ ਨਾਮ ਜਪਦੇ। ਗੁਰਦੇਵ ਕਹਿੰਦੇ ਭਾਈ ਦੂਜੇ ਭਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਓ। ਕਹਿੰਦੇ ਭਾਈ ਮਨਮੁਖਾਂ ਨੂੰ ਜਮਾਂ ਨੇ ਜੋਹਿਆ ਵੇਖਿਆ ਹੋਇਆ, ਉਹਨਾਂ ਦੀ ਨਜ਼ਰ ਵਿੱਚ ਹਨ। ਦੂਜੇ ਭਾ ਦੇ ਵਿੱਚ, ਦਵੈਤ ਭਾ ਦੇ ਵਿੱਚ ਨਾਮ ਬਾਣੀ ਤੋਂ ਵਿਸਰ ਕਰਕੇ ਦੁੱਖਾਂ ਨੂੰ ਪ੍ਰਾਪਤ ਹੋਣਗੇ। ਹਾਏ ਹਾਏ ਕਰੇ ਦਿਨ ਰਾਤ। ਕਹਿੰਦੇ ਗੁਰਸਿੱਖਾ ਦਿਨ ਪਰ ਰਾਤ ਹਾਏ ਹਾਏ ਹੁੰਦੀ ਫਿਰਦੀ, ਹਾਏ ਹਾਏ। ਜਿਹੜਾ ਜਿੱਤ ਗਿਆ ਉਹ ਵੀ ਹਾਏ ਹਾਏ ਕਰਦਾ ਫਿਰਦਾ, ਜਿਹੜਾ ਹਾਰ ਗਿਆ ਉਹ ਵੀ ਹਾਏ ਹਾਏ ਕਰਦਾ ਫਿਰਦਾ। ਪੱਲੇ ਹਾਏ ਹਾਏ ਹੈ ਜੇ ਨਾਮ ਪਰਮੇਸ਼ਰ ਵਾਹਿਗੁਰੂ ਦਾ ਚੇਤੇ ਨਹੀਂ ਤੇ। ਕਹਿੰਦੇ ਹਾਏ ਹਾਏ ਕਰਦੇ ਫਿਰਦੇ ਹਨ। ਅੱਗੇ ਵੀ ਭਾਈ, ਅੱਗੇ ਜਾ ਕਰਕੇ ਵੀ ਕੀ ਹੋਣਾ ਹੈ? ਨਾਨਕ ਜਿਉਂ ਮੱਥਣ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਉਦੋਂ ਵੀ ਹਾਏ ਹਾਏ ਪੱਲੇ ਰਹਿ ਜਾਣੀ ਹੈ, ਉੱਥੇ ਵੀ ਮੱਥੇ ਜਾਣੇ। ਇਸ ਕਰਕੇ ਹਾਏ ਹਾਏ ਕਰਦੇ ਤੁਰੇ ਫਿਰਦੇ ਨੇ। ਪਰ ਹੁਣ ਤੇ ਰਿਵਾਜ ਬਣਾ ਲਿਆ, ਕਈਆਂ ਨੇ ਕਹਿਣਾ ਕਾਕਾ ਜੀ ਤੈਨੂੰ ਪਤਾ ਨਹੀਂ, ਅੱਜ ਕੱਲ ਦੀ ਫਤਿਹ ਹੀ ਹਾਏ ਹਾਏ ਹੈ, ਉਧਰੋਂ ਵੀ ਹਾਏ ਤੇ ਉਧਰੋਂ ਵੀ ਹਾਏ। ਹਾਏ ਹਾਏ ਉਹਨਾਂ ਦੇ ਪੱਲੇ ਰਹਿ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭੁੱਲ ਗਈ ਜੀ। ਮਾਇਆ ਦੁਖ ਮੋਹਿਆ ਜੀਓ। ਕਹਿੰਦੇ ਮਾਇਆ ਦੇ ਦੁੱਖਾਂ ਵਿੱਚ ਮੋਏ ਹੋਏ ਹਨ। ਜਿਸ ਗ੍ਰਹਿ ਬਹੁਤ ਤਸੇ ਗ੍ਰਹਿ ਚਿੰਤਾ, ਜਿਸ ਥੋਰੀ ਸੋ ਫਿਰੇ ਪਰਮੰਤਾ। ਮਾਇਆ ਦੁਖ ਮੋਹਿਆ ਹੋ ਮੈਂ ਰੋਹਿਆ। ਕਹਿੰਦੇ ਭਾਈ ਮਾਇਆ ਦੇ ਦੁੱਖ ਵਿੱਚ ਮੋਹੇ ਹੋਏ ਹਨ, ਹਉਮੈ ਦੇ ਵਿੱਚ ਲੱਗੇ ਹੋਏ ਹਨ। ਮੇਰੀ ਮੇਰੀ ਕਰਤ ਵਿਹਾਵਾਏ। ਮੇਰੀ ਮੇਰੀ ਕਰਦਿਆਂ ਹੀ ਸਾਰਾ ਜੀਵਨ ਬਤੀਤ ਹੋ ਗਿਆ, ਗਾਂ ਦੂਸਰੇ ਸਾਂਭਣ ਵਾਲੇ ਆ ਗਏ ਜੀ। ਜੋ ਪ੍ਰਭ ਦੇ ਤਿਸ ਚੇਤੈ ਨਾਹੀ। ਚਾਹੀਦਾ ਤੇ ਕੀ ਸੀ? ਜਿੰਨੇ ਦਿੱਤੀਆਂ ਹੋਈਆਂ ਸੀ ਦਾਤਾਂ ਉਹਨੂੰ ਚੇਤੇ ਕਰਦਾ, ਉਹਨੂੰ ਚੇਤੇ ਨਹੀਂ ਕੀਤਾ ਜੇ। ਅੰਤ ਗਿਆ ਪਛਤਾਵਾਏ। ਅੰਤ ਜਦੋਂ ਧਨ ਚਲਾ ਗਿਆ ਫਿਰ ਪਛਤਾਪ ਪੱਲੇ ਪਿਆ ਹੈ। ਬਿਨ ਨਾਮੈ ਕੋ ਸਾਥ ਨ ਚਾਲੈ। ਗੁਰਦੇਵ ਕਿਰਪਾ ਕਰ ਰਹੇ ਨੇ, ਕਹਿੰਦੇ ਭਾਈ ਬਿਨਾ ਪਰਮੇਸ਼ਰ ਦੇ ਨਾਮ ਤੋਂ ਕੋਈ ਸਾਥ ਜਾਣ ਵਾਲੀ ਵਸਤੂ ਨਹੀਂ ਹੈ। ਪੁੱਤਰ ਕਲਤਰ ਮਾਇਆ ਧੋਹਿਆ। ਪੁੱਤਰ ਵੀ ਇਸਤਰੀ ਵੀ ਜਿੰਨੇ ਮਾਇਆ ਪਦਾਰਥ ਹਨ, ਦੂਜੇ ਭਾਏ ਦੁਖ ਹੋਏ। ਇਸ ਕਰਕੇ ਦੂਜੇ ਭਾ ਦਵੈਤ ਭਾਵਨਾ ਵਿੱਚ ਪੁੱਤਰ ਜੀ ਦੁੱਖ ਹੈ। ਇਹ ਗੁਰਦੇਵ ਜੀ ਨੇ ਬਖਸ਼ਿਸ਼ ਕਰਕੇ ਸਮਝਾਇਆ ਹੈ। ਮਨ ਮੁਖ ਜਮ ਜੋਹਿਆ ਜੀਓ। ਕਹਿੰਦੇ ਹੈ ਭਾਈ ਵੇਖ ਲਾ, ਮਨਮੁਖਾਂ ਨੂੰ ਜਮਾਂ ਨੇ ਵੇਖਿਆ ਹੋਇਆ, ਜਮਾਂ ਦੀ ਪਕੜ ਵਿੱਚ ਹਨ। ਕਰ ਕਿਰਪਾ ਲਿਹੋ ਮਿਲਾਏ। ਮਹਾਰਾਜ ਫਿਰ ਕੀ ਕਰੀਏ? ਕਹਿੰਦੇ ਬੇਨਤੀ ਕਰ, ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਮਿਲਾ ਲੈਣਾ ਕਰ ਆਪਣੀ ਸਤ ਸੰਗਤ ਨਾਲ। ਕਿਰਪਾ ਕਰਕੇ ਮਿਲਾ ਦੇਵੋ ਪੰਜਾਂ ਪਿਆਰਿਆਂ ਦੇ ਮੇਲ ਵਿੱਚ, ਉਹਨਾਂ ਦੇ ਪਾਸੋਂ ਨਾਮ ਦੀ ਦਾਤ ਬਖਸ਼ਿਸ਼ ਕਰਵਾ ਕੇ ਨਾਮ ਬਾਣੀ ਨਾਲ ਮੇਲ ਲੈਣਾ ਕਰੋ। ਮਹਿਲ ਹਰ ਪਾਇਆ ਜੀਓ। ਮਹਾਰਾਜ ਜੀ ਆਪ ਜੀ ਦੇ ਮਹੱਲ ਘਰ ਦੀ ਪ੍ਰਾਪਤੀ ਹੋ ਜਾਵੇ, ਸਾਨੂੰ ਮਹਿਲ ਸਰੂਪ ਦੀ ਪ੍ਰਾਪਤੀ ਹੋ ਜਾਵੇ। ਗੁਰਦੇਵ ਕਿਰਪਾ ਕਰੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ
ਆਪ ਜੀ ਦੇ ਦੀਦਾਰ ਕਰਦਿਆਂ ਮੇਰੇ ਚਿੱਤ 'ਚ ਸੰਸਾ ਤੇ ਸ਼ੰਕਾ ਨਾ ਰਹਿ ਜਾਵੇ। ਆਪ ਜੀ ਦੇ ਦਰਸ਼ਨਾਂ ਚੋਂ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਦੇ ਦਰਸ਼ਨ ਹੋਣ, ਇਹ ਮੇਰੇ ਤੇ ਕਿਰਪਾ ਕਰੋ ਜੀ। ਸਦਾ ਰਹਿ ਕਰ ਜੋੜ। ਮਹਾਰਾਜ ਜੀ ਸਦਾ ਵਾਸਤੇ ਜਿੱਥੇ ਵੀ ਵੇਖੀਏ ਆਪ ਜੀ ਦੀ ਹਜ਼ੂਰੀ ਤੱਕੀਏ, ਕਰ ਹਿਰਦੇ ਕਰਕੇ ਵੀ ਆਪ ਜੀ ਨਾਲ ਜੁੜੇ ਰਹੀਏ, ਕਰ ਹੱਥਾਂ ਨੂੰ ਵੀ ਜੋੜ ਕਰਕੇ ਰਹਿਣਾ ਕਰੀਏ ਜੀ। ਪ੍ਰਭ ਮਨ ਭਾਇਆ ਜੀਓ। ਜੇ ਆਪ ਜੀ ਦੇ ਮਨ ਨੂੰ ਭਾ ਜਾਈਏ ਅਥਵਾ ਜਿਹੜੇ ਭਾ ਗਏ ਹਨ, ਪ੍ਰਭ ਮਨ ਭਾਵੈ ਤਾ ਹੁਕਮ ਸਮਾਵੈ। ਜਿਹੜੇ ਭਾਈ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਮਨ ਨੂੰ ਭਾ ਗਏ, ਉਹ ਹੁਕਮ ਵਿੱਚ ਸਮਾਏ ਹੋਏ ਹਨ, ਲੱਗੇ ਹੋਏ ਹਨ ਹੁਕਮ ਨੂੰ ਮੰਨ ਕਰਕੇ। ਹੁਕਮ ਮਨ ਸੁਖ ਪਾਇਆ। ਉਹਨਾਂ ਭਾਈ ਭਗੀਰਥ ਜੀ ਦੀ ਨਿਆਈ ਹੁਕਮ ਮੰਨ ਕਰਕੇ ਸੁਖ ਪਾਉਣਾ ਕੀਤਾ ਏ, ਜਿਨ੍ਹਾਂ ਹੁਕਮ ਛੱਡ ਦਿੱਤਾ ਦੁਖੀ ਹਨ। ਆਨ ਦਿਨ ਜਪਤ ਰਹਿ ਦਿਨ ਰਾਤੀ। ਉਹ ਦਿਨ ਪਰ ਰਾਤ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ। ਸਹਜੇ ਨਾਮ ਧਿਆਇਆ। ਸਹਿਜ ਅਵਸਥਾ ਵਿੱਚ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆ ਰਹੇ ਹਨ। ਨਾਮੋ ਨਾਮ ਮਿਲੀ ਵਡਿਆਈ। ਉਹਨਾਂ ਨੂੰ ਵਡਿਆਈ ਕੀ ਮਿਲੀ? ਦੁਨੀਆ ਦੇ ਲੋਕ ਕਹਿੰਦੇ ਰੱਬ ਹੋ ਗਏ ਨੇ, ਰੱਬ ਕਿਉਂ? ਉਹਨਾਂ ਨੂੰ ਨਾਮੀ ਪਰਮੇਸ਼ਰ ਦੇ ਨਾਮ ਦੀ ਵਡਿਆਈ ਮਿਲੀ ਹੋਈ ਹੈ। ਉਹਨਾਂ ਨੂੰ ਰੱਬ ਦੁਨੀਆ ਦੇ ਲੋਕਾਂ ਨੇ ਤਾਂ ਕਿਹਾ। ਆਪਾਂ ਕਹਿੰਦੇ ਫਲਾਣਾ ਸਾਧੂ ਰੱਬ ਵਰਗਾ, ਰੱਬ ਤਾਂ ਹੈ ਉਹਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪ ਲਿਆ, ਉਸ ਨਾਮੀ ਦੇ ਨਾਮ ਦੀ ਵਡਿਆਈ ਮਿਲ ਗਈ ਜੀ। ਨਾਨਕ ਨਾਮ ਮਨ ਭਾਵੇ। ਉਹ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੇ ਮਨ ਨੂੰ ਭਾਏ ਹਨ। ਕਰ ਕਿਰਪਾ ਲਿਹੋ ਮਿਲਾਏ। ਸਮਾਪਤੀ ਤੇ ਬਖਸ਼ਿਸ਼ ਕਰਦੇ ਨੇ। ਫਿਰ ਗੁਰਸਿੱਖਾ ਹੱਥ ਜੋੜ ਕੇ ਕਹੇ, ਹੇ ਪਰਮੇਸ਼ਰ ਵਾਹਿਗੁਰੂ ਜੀ ਕਿਰਪਾ ਕਰੋ, ਮੈਨੂੰ ਮਿਲਾ ਲੈਣਾ ਕਰੋ। ਮਹਿਲ ਹਰ ਪਾਵੇ ਜੀਓ। ਆਪ ਜੀ ਦਾ ਮਹਿਲ ਘਰ ਜਿਹੜਾ ਹੈ, ਇਸ ਦੀ ਪ੍ਰਾਪਤੀ ਹੋ ਜਾਵੇ। ਆਪ ਜੀ ਦਾ ਮਹਿਲ ਸਰੂਪ ਜੋ ਹੈ, ਉਸ ਦੀ ਸਾਨੂੰ ਪ੍ਰਾਪਤੀ ਹੋ ਜਾਵੇ। ਗੁਰਦੇਵ ਆਪ ਕਿਰਪਾ ਕਰੋ, ਰਹਿਮਤ ਕਰੋ। ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ, ਆਪ ਜੀ ਐਸੀ ਖੇਡ ਵਰਤਾ ਦੇਵੋ, ਇਹ ਪਾਵਨ ਦੀਦਾਰ ਕਦੀ ਅੱਖਾਂ ਤੋਂ ਓਝਲ ਨਾ ਹੋਣ। ਜਿੱਥੇ ਵੀ ਰਹੀਏ ਇਹ ਦੀਦਾਰ ਹੁੰਦੇ ਰਹਿਣ। ਇਹ ਪਾਵਨ ਪਵਿੱਤਰ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਕੀਤੀ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਮਾ ਕਰਨੀ, ਆਗਾਹਾਂ ਤੋਂ ਸਮਤ ਬਖਸ਼ਣੀ ਜੀ। ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸਿਉ ਮੇਲ। ਨਾਮੋ ਨਾਮ ਮਿਲੀ ਵਡਿਆਈ। ਨਾਨਕ ਨਾਮ ਮਨ ਭਾਵੇ, ਕਰ ਕਿਰਪਾ ਲਿਹੋ ਮਿਲਾਏ। ਮਹਿਲ ਹਰ ਪਾਵੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।